ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਹੈ। ਸਾਡੀ ਗੱਲਬਾਤ ਦਾ ਵਿਸ਼ਾ ਹੋਏਗਾ ਧਰਮ, ਸੰਸਦ ਅਤੇ ਸਿਆਸਤ। ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਆ। ਹੁਣ ਇੱਕ ਨਵਾਂ ਬਿਆਨ ਜਿਹੜਾ ਪੀ ਚਿਦੰਬਰਮ ਦਾ ਸਾਹਮਣੇ ਆਇਆ ਕਿ ਜਿਸ ਤਰੀਕੇ ਦੇ ਨਾਲ ਹਿੰਦੂਤਵਾ ਸਿਆਸਤ ਨੂੰ ਅੱਗੇ ਵਧਾਇਆ ਜਾ ਰਿਹਾ, ਉਹ ਬ੍ਰਿਗੇਡ ਜਿਹੜੀ ਹੈ ਉਹ ਮੁਸਲਮਾਨਾਂ ਤੋਂ ਬਾਅਦ ਈਸਾਈ ਭਾਈਚਾਰੇ ਨੂੰ ਵੀ ਨਿਸ਼ਾਨੇ ਉੱਤੇ ਲੈ ਰਹੀ ਹੈ। ਲਗਾਤਾਰ ਸੰਪਾਦਕੀਆਂ ਇਹਦੇ ਉੱਤੇ ਪੰਜਾਬੀ ਟ੍ਰਿਬਿਊਨ ਵਿੱਚ ਵੀ ਛਪੀ ਆ, ਹੋਰ ਵੀ ਲਿਖੀਆਂ ਜਾ ਰਹੀਆਂ ਨੇ। ਭਾਵੇਂ ਕਿ ਕੇਸ ਦਰਜ ਹੋ ਰਹੇ ਨੇ, ਹਰਿਦੁਆਰ ਵਿੱਚ ਧਰਮ ਸੰਸਦ ਹੋਈ, ਉਹ ਤੋਂ ਬਾਅਦ ਕੇਸ ਦਰਜ ਕਰਕੇ ਪੁੱਛ ਪੜਤਾਲ ਹੋ ਰਹੀ ਹੈ, ਪਰ ਫਿਰ ਵੀ ਜਿਹੜੇ ਇੱਕ ਧਿਰ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਇਹ ਅਗਾਂਹ ਵੀ ਕਰਾਂਗੇ ਤੇ ਹੋਰ ਵੀ ਥਾਵਾਂ ਤੇ, ਕੁਰੂਕਸ਼ੇਤਰ ਦੇ ਵਿੱਚ ਧਰਮ ਸੰਸਦ ਹੋਏਗੀ, ਸ਼ਿਮਲਾ ਦੇ ਵਿੱਚ ਹੋਏਗੀ। ਉਹ ਕਹਿੰਦੇ ਕਿ ਸਾਡੇ ਵਿਚਾਰਾਂ ਦੀ ਆਜ਼ਾਦੀ ਹੈ, ਅਸੀਂ ਜਿਸ ਮੁਲਕ ਵਿੱਚ ਰਹਿੰਦੇ ਆ ਉਹਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਹਿਣੀ ਹੈ। ਇਹ ਸਾਡੇ ਵਿਚਾਰਾਂ ਦੀ ਆਜ਼ਾਦੀ ਹੈ ਤੇ ਅਸੀਂ ਇਹ ਕਵਾਂਗੇ, ਇਹ ਸਾਡਾ ਹੱਕ ਬਣਦਾ। ਪਰ ਜਦੋਂ ਇਸਲਾਮ ਭਾਈਚਾਰੇ ਤੇ ਸਵਾਲ ਚੁੱਕਦੇ ਨੇ ਤਾਂ ਕਿਤੇ ਨਾ ਕਿਤੇ ਇਹਦੀ ਸਿਆਸੀ ਮਨਸ਼ਾ ਦੇ ਉੱਤੇ ਵੀ ਜਿਹੜਾ ਸਵਾਲ ਉੱਠਣੇ ਲਾਜ਼ਮੀ ਨੇ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਅਗਲਾ ਨਿਸ਼ਾਨਾ ਪੰਜਾਬ ਵੀ ਹੋ ਸਕਦਾ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਕਿਸਾਨਾਂ ਦੇ ਮੋਰਚੇ ਤੋਂ ਬਾਅਦ ਜਿਸ ਤਰ੍ਹਾਂ ਦੀ ਹਵਾ ਤਬਦੀਲੀ ਦੇਸ਼ ਭਰ 'ਚ ਦੇਖਣ ਨੂੰ ਮਿਲੀ, ਇੱਧਰ ਸੰਯੁਕਤ ਸਮਾਜ ਮੋਰਚਾ ਕਿਸਾਨਾਂ ਨੇ ਬਣਾ ਲਿਆ। ਸਿਆਸੀ ਤੌਰ ਦੇ ਉੱਤੇ ਕਿਸ ਤਰ੍ਹਾਂ ਦਾ ਭਾਜਪਾ, ਜਿਵੇਂ ਭਾਵੇਂ ਕਿ ਨਾਲ ਦੀਆਂ ਬਾਕੀ ਪਾਰਟੀਆਂ ਦੇ ਦਾਅਵੇਦਾਰਾਂ ਨੂੰ ਜਾਂ ਉਮੀਦਵਾਰਾਂ ਨੂੰ ਜਾਂ ਉਹਨਾਂ ਦੇ ਵੱਡੇ ਚਿਹਰਿਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਰਹੀ ਹੈ, ਤਾਂ ਉਧਰਲੇ ਪਾਸੇ ਇੱਕ ਧਰਮ ਸੰਸਦ ਦਾ ਚੱਲਣਾ, ਯੂਪੀ ਦੀਆਂ ਇਲੈਕਸ਼ਨ ਵੀ ਸਿਰ ਤੇ ਨੇ। ਇਹ ਸਾਰਾ ਕੁਝ ਹੈ। ਪ੍ਰਧਾਨ ਮੰਤਰੀ ਸਾਹਿਬ ਇੱਥੇ ਚੁੱਪ ਨੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ ਬਾਬਾ। ਇਹ ਧਰਮ ਸੰਸਦ ਦੇ ਨਾਂ ਤੇ ਜਿਹੜੀ ਸਿਆਸਤ ਹੈ, ਇਹਨੂੰ ਕਿਸ ਤਰ੍ਹਾਂ ਦੇਖੀਏ ਕਿ ਮੁਸਲਮਾਨਾਂ ਤੋਂ ਬਾਅਦ ਕਹਿੰਦੇ ਈਸਾਈ ਭਾਈਚਾਰਾ ਵੀ ਇਹਨਾਂ ਦੇ ਨਿਸ਼ਾਨੇ ਤੇ ਆ। ਘੱਟ ਗਿਣਤੀਆਂ ਭਾਵ ਕਿ ਜਿੰਨੀਆਂ ਕੁ ਵੀ ਨੇ, ਸਿੱਖਾਂ ਦੇ ਉੱਤੇ ਵੀ ਕਦੇ ਕਦੇ ਕਿਹਾ ਜਾਂਦਾ ਹੈ ਕਿ ਇਹ ਹਮਲਾਵਰ ਨੇ, ਆਪਣੇ ਢੰਗ ਦੇ ਨਾਲ ਅੰਦਰ ਖਾਤੇ ਚੱਲਣ ਭਾਵੇਂ। ਦੇਖੋ ਸੁਖਿੰਦਰ ਜੀ, ਜਿਹੜਾ ਧਰਮ ਸੰਸਦ ਦੇ ਪਿਛਲੇ ਸਮੇਂ ਦੇ ਵਿੱਚ ਘੱਟੋ ਘੱਟ 2014 ਤੋਂ ਲੈ ਕੇ ਕੁਝ ਜ਼ਿਆਦਾ ਹੀ, ਵੈਸੇ 1992 ਜ਼ਿਆਦਾ ਅਟੈਕ ਸ਼ੁਰੂ ਹੋ ਗਿਆ ਸੀ ਜਦ ਬਾਬਰੀ ਮਸਜਿਦ ਢਾਈ ਗਈ ਸੀ। ਤੇ ਉਹ ਬਾਬਰੀ ਮਸਜਿਦ ਢਾਉਣ ਵੇਲੇ ਵੀ ਇਵਨ ਸਰਕਾਰ ਨੂੰ ਕੋਈ ਹੋਰ ਕੁਝ ਕਿਹਾ ਗਿਆ, ਤੇ ਉੱਥੇ ਕਿਉਂਕਿ ਕਲਿਆਣ ਸਿੰਘ ਦੀ ਸਰਕਾਰ ਸੀ, ਉਹ ਤਾਂ ਨਾਲ ਮਿਲੀ ਹੋਈ ਸੀ, ਬੇਸਿਕਲੀ ਬੀਜੇਪੀ ਦੀ ਸਰਕਾਰ ਸੀ, ਤੇ ਇੱਧਰ ਨਰਸਿਮਹਾ ਰਾਓ ਵੀ ਅੰਦਰੋਂ ਅੰਦਰੀ ਨਾਲ ਹੀ ਲੜਿਆ ਪਿਆ ਸੀ। ਤੇ ਉਹਦੇ ਨਾਲ ਉਹ ਜਿਹੜਾ ਸਾਰੇ ਧਰਾਸ਼ਾਹੀ ਹੋਈ ਸੀ ਇਹਨਾਂ ਦੇ ਸਾਹਮਣੇ, ਔਰ ਇਹਨਾਂ ਨੇ ਇਹ ਵਾਅਦਾ ਕਰਕੇ ਕਿ ਅਸੀਂ ਨਹੀਂ ਢਾਹਾਂਗੇ ਉਸ ਨੂੰ, ਮਸਜਿਦ ਨੂੰ ਢਾਤਾ। ਤੇ ਉਹ ਜੇ ਅਸੀਂ ਇਸ ਤਰ੍ਹਾਂ ਗੜੇ ਮੁਰਦੇ ਉਠਾ ਕਰਨੇ ਨੇ ਤਾਂ ਬੜਾ ਸਵਾਲ ਵੱਡਾ ਇਹ ਹੈ ਵੀ ਜਿਹੜੇ ਅਸੀਂ ਆਰੀਅਨ ਲੋਕ ਹਾਂ, ਅਸੀਂ ਵੀ ਇੱਥੋਂ ਦੇ ਮੂਲ ਨਿਵਾਸੀ ਨਹੀਂ ਹੈਗੇ। ਅਸੀਂ ਵੀ ਈਰਾਨ ਇਰਾਕ 'ਚੋਂ ਹੀ ਆਏ ਹੋਏ ਹਾਂ, ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਸਾਡੇ ਵਿਰੋਧੀ ਨੇ, ਦੁਸ਼ਮਣ ਨੇ, ਹੋਰ ਨੇ। ਇੱਥੋਂ ਦੇ ਜਿਹੜੇ ਮੂਲ ਨਿਵਾਸੀ ਨੇ ਉਹ ਤਾਂ ਸ਼ਡਿਊਲਡ ਕਾਸਟ ਜਾਂ ਦੱਖਣ ਦੇ ਲੋਕ ਨੇ। ਇਸੇ ਕਰਕੇ ਸਾਡਾ ਰੰਗ, ਰੂਪ, ਨੈਣ ਨਕਸ਼ ਉੱਤਰੀ ਭਾਰਤ ਦੇ, ਮੱਧ ਭਾਰਤ ਦੇ, ਪੱਛਮੀ ਭਾਰਤ ਦੇ, ਇੱਥੋਂ ਤੱਕ ਕਿ ਜਿਹੜਾ ਆਪਣਾ ਹੈਗਾ ਇੱਧਰ ਨਾਰਥ ਈਸਟ ਦੇ ਵੀ ਬਹੁਤੇ ਉਹ ਬਾਕੀਆਂ ਨਾਲ ਨਹੀਂ ਮਿਲਦੇ। ਸੋ ਉਹ ਕਾਲੇ ਨੇ, ਥੋੜ੍ਹਾ ਉਹਨਾਂ ਦਾ ਰੰਗ, ਜਿਹੜੇ ਨੈਣ ਨਕਸ਼ ਹੋਰ ਤਰ੍ਹਾਂ ਦੇ ਨੇ, ਉਹਨਾਂ ਦਾ ਰਹਿਣ ਸਹਿਣ ਵੀ ਹੋਰ ਤਰ੍ਹਾਂ ਦਾ। ਪਰ ਜੇ ਅਸੀਂ ਇਸ ਤਰ੍ਹਾਂ ਚੱਲਣਾ, ਫਿਰ ਉਸ ਤੋਂ ਵੀ ਅੱਗੇ ਵੀ ਹੋ ਸਕਦਾ ਵੀ ਇੱਥੇ ਤਾਂ ਜਾਨਵਰ ਹੀ ਸੀ, ਕਿ ਬੰਦਾ ਤਾਂ ਹੈ ਹੀ ਨਹੀਂ ਸੀ, ਤੇ ਬੰਦਾ ਇੱਥੇ ਮਾਲਕ ਕਿਵੇਂ ਬਣ ਗਿਆ। ਸੋ ਇਹੋ ਜਿਹੀਆਂ ਗੱਲਾਂ ਜਦ ਅਸੀਂ ਗੜੇ ਮੁਰਦੇ ਉਖਾੜਦੇ ਹਾਂ ਤਾਂ ਮਤਲਬ ਸਿੱਧਾ ਇਹ ਨਹੀਂ ਹੈ ਕਿ ਅਸੀਂ ਕੋਈ ਸਹੀ ਗੱਲ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਇਹ, ਜਿਵੇਂ ਤੁਸੀਂ ਕਿਹਾ, ਸਿਆਸੀ ਮਕਸਦ ਹੈ, ਹੋਰ ਕੋਈ ਮਕਸਦ ਨਹੀਂ ਹੈ। ਇਹ ਉੜੀਸਾ ਦੇ ਵਿੱਚ ਜਦ ਚਰਚ ਦੇ ਉਸਟੇਨ ਸਵਾਮੀ ਨੂੰ ਮਾਰਿਆ ਗਿਆ, ਜਦ ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਇਹ ਗੁਜਰਾਤ ਦੇ ਵਿੱਚ ਕਤਲੇਆਮ ਕਰਿਆ ਗਿਆ ਮੁਸਲਮਾਨਾਂ ਦਾ, ਜਾਂ ਹੁਣ ਸ਼ਹੀਨ ਬਾਗ 'ਚ ਜੋ ਕੁਛ ਹੋਇਆ, ਤੇ ਉਹਦੇ ਵਿੱਚ ਜਿਹੜਾ ਵਿਕਟਮ ਹੈ, ਜਿਹੜਾ ਮਤਲਬ ਸ਼ਿਕਾਰ ਹੈ, ਉਸੇ ਨੂੰ ਹੀ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਇਹ ਸਾਡੇ ਸਾਹਮਣੇ ਆ। ਔਰ ਸਾਡਾ ਕਿਤੇ ਨਾ ਕਿਤੇ ਸਾਡਾ ਤੰਤਰ ਹੈ ਜਿਹੜਾ, ਉਹ ਵੀ ਨਤਮਸਤਕ ਹੋਣ ਲੱਗ ਜਾਂਦਾ। ਉਹ ਕਿਤੇ ਨਾ ਕਿਤੇ ਅੰਦਰੋਂ ਕਿਸੇ ਨਾ ਕਿਸੇ ਪੱਧਰ 'ਤੇ, ਜਿਹੜਾ ਪਹਿਲਾਂ ਨਹੀਂ ਸੀ, ਜਿਹੜਾ 1980 ਤੱਕ ਇੰਨੀ ਜ਼ਿਆਦਾ ਜ਼ਹਿਰਬਾਰ ਨਹੀਂ ਸੀ ਲੋਕਾਂ 'ਚ, ਜਿਹੜੇ ਅਹੁਦਿਆਂ 'ਤੇ ਬੈਠੇ ਹੁੰਦੇ। ਮੈਂ ਨਹੀਂ ਕਦੇ ਦੇਖਿਆ ਸੀ ਕੁਝ ਧਾਰਮਿਕ ਮੰਨਤਾਂ ਜਾਂ ਹੋਰ ਕੁਝ ਬਹੁਤ ਜ਼ਿਆਦਾ। ਆਪਦੇ ਘਰਾਂ 'ਚ ਕਰੋ ਜਿਹਨੇ ਕਰਨਾ, ਆਪਦੇ ਮੰਦਰਾਂ ਮਸੀਤਾਂ 'ਚ ਕਰੋ, ਗੁਰਦੁਆਰਿਆਂ 'ਚ ਕਰੋ, ਪਰ ਸਰਕਾਰ ਦੇ ਵਿੱਚ ਨਹੀਂ ਹੋਏਗਾ। ਪਰ ਹੁਣ ਇਹ ਸਰਕਾਰ 'ਚ ਆਮ ਹੀ ਹੋਣ ਲੱਗ ਗਿਆ। ਪਹਿਲਾਂ ਬੜਾ ਟਾਵਾਂ ਟੱਲਾ ਕਿਤੇ ਨਾ ਕਿਤੇ ਉਹਨੂੰ ਕੰਡੈਮ ਵੀ ਕਰਿਆ ਜਾਂਦਾ ਸੀ। ਸੋ ਇਹ ਜਿਹੜਾ ਹੁਣ ਸਰਕਾਰ 'ਚ ਵੀ ਹੋਣ ਲੱਗ ਗਿਆ ਤੇ ਸਰਕਾਰ ਦੇ ਬਾਹਰ ਵੀ ਹੋਣ ਲੱਗ ਗਿਆ। ਜਿਹੜੀ ਸਰਕਾਰ ਕਹਿੰਦੀ ਹੈ ਕਿ 9:09 ਦੇ ਉੱਤੇ ਤੁਸੀਂ ਤਾਲੀਆਂ ਵਜਾਓ, ਬਿਜਲੀ ਬੰਦ ਕਰਕੇ ਮੋਮਬੱਤੀਆਂ ਜਲਾਓ। ਦੁਨੀਆ ਤਾਂ ਮੋਮਬੱਤੀਆਂ ਦਾ ਰਸਤਾ ਛੱਡ ਕੇ ਬਿਜਲੀ ਵੱਲ ਨੂੰ ਚੱਲਦੀ ਹੈ। ਉਹ ਕਹਿੰਦੇ ਨਹੀਂ, ਤੁਸੀਂ ਬਿਜਲੀ ਬੰਦ ਕਰਕੇ ਮੋਮਬੱਤੀਆਂ ਜਗਾਓ। ਜਿਹੜੇ ਕਹਿੰਦੇ ਤੁਸੀਂ ਥਾਲੀਆਂ ਖੜਕਾਓ ਇੰਨੇ ਵਜੇ, ਜਿਹੜੇ ਕਹਿੰਦੇ ਨੇ ਅਸੀਂ 18 ਦਿਨ 'ਚ
ਮਹਾਭਾਰਤ ਦੀ ਜੰਗ ਜਿੱਤ ਲਈ, ਹੁਣ 21 ਦਿਨ 'ਚ ਕਰੋਨਾ ਜਿੱਤ ਲਾਂਗੇ, ਜਿੱਤ ਤਾਂ ਗਿਆ ਨਹੀਂ। ਸੋ ਇਹ ਜਿਹੜਾ ਸਾਰਾ ਕੁਝ ਅਸੀਂ ਸਰਕਾਰੀ ਤੌਰ 'ਤੇ, ਇਹ ਸਾਰੀਆਂ ਚੀਜ਼ਾਂ ਸਰਕਾਰੀ ਤੌਰ 'ਤੇ ਫੜਾਈਆਂ ਗਈਆਂ, ਅਤੇ ਇਹ ਜਿਹੜਾ ਸਰਕਾਰੀ ਤੌਰ ਤਾਲੀਆਂ ਵਜਾਓ, ਹਾਂਜੀ, ਕਿਹਾ ਗਿਆ ਵੀ ਅਸੀਂ ਉਹਨੂੰ ਫਲਾਣੇ ਨੂੰ ਕਰਦੇ ਹਾਂ, ਫਿਰ ਕਿਸੇ ਹੋਰ ਦੇਸ਼ਾਂ ਦਾ ਵੀ ਉਦਾਹਰਨ ਦੇਤੀ। ਅਸਲ ਦੇ ਵਿੱਚ ਇੱਕ ਖਾਸ ਕਿਸਮ ਦੀ ਮਾਨਸਿਕਤਾ ਨੂੰ ਅੱਗੇ ਲਿਆਉਣ ਦੀ ਗੱਲ ਸੀ, ਹਿੰਦੂ ਮਾਨਸਿਕਤਾ, ਹਿੰਦੂਵਾਦ। ਹਿੰਦੂ ਤਾਂ ਕੋਈ ਇਸ ਤਰ੍ਹਾਂ ਨਹੀਂ ਹੈਗੇ ਵੀ ਕਿਸੇ ਨੂੰ ਮਾਰਦੇ ਫਿਰਦੇ ਨੇ, ਹਿੰਦੂਵਾਦ ਮਾਰਦਾ ਹੈ। ਜਿਹੜਾ ਹਿੰਦੂਵਾਦ ਹੈ ਉਹ ਧਰਮ ਨਾਲ ਵੀ ਉਹਦਾ ਬਹੁਤਾ ਤਾਲੁਕ ਨਹੀਂ, ਕਿਉਂਕਿ ਹਿੰਦੂ ਧਰਮ ਦੇ ਵਿੱਚ ਤਾਂ ਬਹੁਤ ਸਾਰਾ ਕੁਛ ਐਸਾ ਹੈ ਜਿਹਦੇ ਵਿੱਚ ਮਰਿਆਦਾ ਦੀ ਗੱਲ ਹੈ, ਜਿਹਦੇ ਵਿੱਚ ਵੱਡੇ ਛੋਟੇ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ 'ਚ ਮਨੁੱਖ ਜਿਹੜੀ ਧਰਤੀ ਜਿਹੜੀ ਆ ਉਹ ਸਾਰੀ ਧਰਤੀ ਨੂੰ ਹੀ ਪਰਿਵਾਰ ਮੰਨਿਆ ਜਾਂਦਾ ਹੈ। ਅਤੇ ਇਸ ਕੇ ਵਸੁਧਾ ਕੁਟੁੰਬਮ, ਵਸੁਧਾ ਕਹਿੰਦੇ ਧਰਤੀ ਨੂੰ, ਕੁਟੁੰਬਮ ਮੀਨਸ ਕੁਟੁੰਬ ਹੈ, ਸਾਰਾ ਹੀ ਪਰਿਵਾਰ ਹੈ ਧਰਤੀ ਹੋਈ। ਸੋ ਉਸ ਦੇ ਵਿੱਚ ਇਸ ਤਰ੍ਹਾਂ ਦਾ ਸਾਡੇ ਹੈ ਨਹੀਂ। ਉਹਦੇ ਵਿੱਚ ਇਹ ਵੀ ਹੈ ਵੀ ਜੇ ਸ਼੍ਰੀ ਰਾਮ ਚੰਦਰ ਜੀ ਅਤੇ ਰਾਵਣ ਦੀ ਆਪਸੀ ਜੰਗ ਵੀ ਹੈ, ਅਤੇ ਤਾਂ ਵੀ ਰਾਵਣ ਹੈ ਜਿਹੜਾ ਉਹਨੂੰ ਚੁਣਿਆ ਜਾਂਦਾ ਪ੍ਰੋਹਤ ਰਾਮ ਚੰਦਰ ਜੀ ਵੱਲੋਂ ਯੱਗ ਕਰਨ ਵਾਸਤੇ, ਹਵਨ ਵਾਸਤੇ, ਅਤੇ ਰਾਵਣ ਉਹਨੂੰ ਮਨਜ਼ੂਰ ਵੀ ਕਰਦਾ, ਅਤੇ ਰਾਵਣ ਜਾ ਕੇ ਉਹ ਸੀਤਾ ਨੂੰ ਵੀ ਨਾਲ ਦੂਜੇ ਰਸਤੇ ਜਾ ਕੇ ਜਾਂਦਾ, ਕਿਉਂਕਿ ਪਤਨੀ ਨਾਲ ਚਾਹੀਦੀ ਹੈ ਸਾਡੇ ਹਿੰਦੂ ਧਰਮ ਦੇ ਵਿੱਚ ਜਿਹੜੇ ਹੈਗੇ ਨੇ ਕਿ ਜਦ ਕੋਈ ਤੁਸੀਂ ਧਾਰਮਿਕ ਕਾਰਜ ਕਰਨਾ, ਅਤੇ ਉਹ ਕਹਿੰਦਾ ਵੀ ਇਹ ਮੇਰਾ ਜਜਮਾਨ, ਤਾਂ ਫਿਰ ਜਦ ਮੈਂ ਇਹਨੂੰ ਮੰਨ ਲਿਆ ਜਜਮਾਨ ਆਪਦਾ, ਇਹਦਾ ਪ੍ਰੋਹਤ ਬਣ ਗਿਆ, ਇਹਦੇ ਕੋਲ ਤਾਂ ਕੋਈ ਪੈਸਾ ਪੂਸਾ ਵੀ ਨਹੀਂ, ਕਿਉਂਕਿ ਤਾਂ ਜੰਗਲ 'ਚ ਵਨਵਾਸੀ ਹੈ। ਸੋ ਉਹਦਾ ਸਮੱਗਰੀ ਵੀ ਉਹਦੀ ਨਾਲ ਲੈ ਕੇ ਜਾਂਦਾ ਆਪਦੇ ਕੋਲੋਂ, ਹੈਗੀ ਲੜਾਈ ਉਹਨਾਂ ਦੀ। ਇੱਦਾਂ ਹੀ ਜਦ ਲਛਮਣ ਨੂੰ ਮੂਰਛਾ ਆ ਜਾਂਦੀ, ਉਹਦੇ ਵੈਦ ਨੂੰ ਬੁਲਾਇਆ ਜਾਂਦਾ, ਉਹ ਵੈਦ ਵੀ ਆਉਂਦਾ, ਉਹ ਵੀ ਇਲਾਜ ਕਰਕੇ ਜਾਂਦਾ। ਸੋ ਸਾਡੀਆਂ ਪਰੰਪਰਾਵਾਂ ਇੰਨੀਆਂ ਮਾੜੀਆਂ ਨਹੀਂ ਜਿਹੜੀਆਂ ਪੇਸ਼ ਕਰ ਰਹੇ ਨੇ, ਇਹ ਹੋਰ ਹੀ ਤਰ੍ਹਾਂ ਪੇਸ਼ ਕਰ ਰਹੇ ਨੇ, ਕਿਉਂਕਿ ਅਸਲੀ ਪਰੰਪਰਾਵਾਂ ਨੂੰ ਤਾਂ ਪੇਸ਼ ਹੀ ਨਹੀਂ ਕਰ ਰਹੇ। ਸਾਡੀਆਂ ਪਰੰਪਰਾਵਾਂ ਤਾਂ ਉਹ ਵੀ ਨੇ ਜਿੱਥੇ ਜੇ ਰਾਜਾ ਜ਼ੁਲਮ ਕਰਦਾ ਸੀ, ਕੰਸ ਨੂੰ ਮਾਰਿਆ ਸ਼੍ਰੀ ਕ੍ਰਿਸ਼ਨ ਜੀ ਨੇ, ਕਿਉਂ ਮਾਰਿਆ? ਸ਼੍ਰੀ ਕ੍ਰਿਸ਼ਨ ਜੀ ਨੂੰ ਪੁੱਛਿਆ ਗਿਆ ਕਿਉਂ ਮਾਰਿਆ, ਕਹਿੰਦੇ ਇੱਥੇ ਪਾਪ ਬੜੇ ਹੋ ਗਏ ਸੀ, ਚੋਰੀਆਂ, ਡਾਕੇ, ਉਧਾਲੇ, ਠੱਗੀਆਂ, ਇਹ ਬਹੁਤ ਜ਼ਿਆਦਾ ਦਸਮ ਸਕੰਦ ਦੇ ਵਿੱਚ ਹੈ, ਆਪਣਾ ਇਹ ਭਗਤ ਪੁਰਾਣ ਦੇ ਵਿੱਚ ਅਤੇ ਸ਼੍ਰੀਮਦ ਭਗਤ ਪੁਰਾਣ ਦੇ ਵਿੱਚ। ਸੋ ਉਹਦੇ ਵਿੱਚ ਜਿਹੜਾ ਫਿਰ ਆਪਦਾ ਕਰਤੱਵ ਪਾਲਣਾ, ਸਾਡੇ ਤਾਂ ਸ਼੍ਰੀਮਦ ਭਗਤ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਉਪਦੇਸ਼ ਹੀ ਅਰਜਨ ਨੂੰ ਇਹ ਦਿੰਦੇ ਨੇ ਵੀ ਤੇਰਾ ਕੰਮ ਹੈ ਲੜਾਈ ਕਰਨਾ, ਤੂੰ ਐਂ ਨਹੀਂ ਦੇਖਣਾ ਤੇਰੇ ਸਾਹਮਣੇ ਤੇਰਾ ਦੋਸਤ ਹੈ ਜਾਂ ਦੁਸ਼ਮਣ ਹੈ, ਤੇਰਾ ਰਿਸ਼ਤੇਦਾਰ ਹੈ ਜਾਂ ਤੇਰਾ ਕੋਈ ਉਹ ਹੈ ਚਾਚੇ ਤਾਏ ਨਾਨੇ ਮਾਸੇ ਦਾ ਮਾਮੇ ਦਾ ਮੁੰਡਾ ਹੈ, ਤੇਰਾ ਕੰਮ ਹੈ ਲੜਾਈ ਕਰਨਾ, ਤੂੰ ਆਪਣਾ ਕੰਮ ਪੂਰਾ ਕਰ, ਆਪਣਾ ਫਰਜ਼ ਪੂਰਾ ਕਰ, ਇਹੀ ਤੇਰਾ ਧਰਮ ਹੈ। ਸੋ ਸਾਡੇ ਕੋਲ ਤਾਂ ਸਾਡੇ ਗ੍ਰੰਥ ਹੀ ਕੁਛ ਸਿਖਾ ਰਹੇ ਨੇ, ਪਰ ਇਹ ਸਿਖਾ ਰਹੇ ਨੇ ਵੀ ਨਾ ਧਰਮ ਨਹੀਂ ਪੂਰਾ ਕਰਨਾ ਆਪਦਾ, ਤੂੰ ਦੇਖਣਾ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ। ਔਰ ਇਹਨਾਂ ਦੇ ਇੱਕ ਪ੍ਰਿੰਸੀਪਲ ਯੂਪੀ ਦੀ ਸਰਕਾਰੀ ਮੈਡੀਕਲ ਕਾਲਜ ਦੀ ਕਹਿੰਦੀ ਹੈ ਕਰੋਨਾ ਦੇ ਦੌਰਾਨ ਵੀ ਇਹਨਾਂ ਨੂੰ ਮਾਰ ਦਿਓ, ਇਹਨਾਂ ਨੂੰ ਰੱਖ ਕੇ ਕੀ ਕਰਨਾ। ਜਿਹੜੇ ਇਹੋ ਜਿਹੇ ਬਿਆਨ ਇਹਨਾਂ ਦੇ ਸਕਦੇ ਨੇ। ਗੁਜਰਾਤ 'ਚ ਇਹਨਾਂ ਨੇ ਬੈੱਡ ਵੱਖਰੇ ਵੱਖਰੇ ਕਰਤੇ ਸੀ, ਸਕੂਲਾਂ ਦੇ ਕਮਰੇ ਵੱਖਰੇ ਕਰਤੇ ਸੀ ਬੱਚਿਆਂ ਦੇ ਵੀ ਮੁਸਲਮਾਨਾਂ ਦੇ ਹੋਰ ਦੇ, ਤਬਲੀਗੀਆਂ ਦਾ ਜਿਹੜਾ ਜ਼ਹਿਰ ਫੈਲਾਇਆ ਸੀ। ਸੋ ਇਹ ਜਿਹੜਾ ਹੈਗਾ ਇਹ ਕੋਈ ਹਿੰਦੂ ਧਰਮ ਦਾ ਨਹੀਂ ਕਰ ਰਹੇ, ਹਿੰਦੂ ਧਰਮ ਦਾ ਵੀ ਕਵਾੜਾ ਕਰ ਰਹੇ ਨੇ। ਹਿੰਦੂ ਧਰਮ ਦੀ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਵੀ ਇਹ ਤੋੜ ਰਹੇ ਨੇ। ਹਿੰਦੂ ਧਰਮ ਦੀਆਂ ਪਰੰਪਰਾਵਾਂ ਤਾਂ ਬੰਦਾ ਤਾਂ ਮਾਰਨ ਦੀ ਗੱਲ ਹੀ ਛੱਡੋ, ਉਹ ਤਾਂ ਕੀੜੇ ਪਤੰਗੇ ਨੂੰ ਨਹੀਂ ਮਾਰਦੇ ਸੀ, ਚਿਲਚੋੜੀ ਪਾਉਂਦੇ ਸੀ, ਉਹ ਤਾਂ ਸੱਪਾਂ ਨੂੰ ਵੀ ਦੁੱਧ ਪਿਲਾਉਂਦੇ ਸੀ, ਉਹ ਤਾਂ ਗੁੱਗੇ ਦੀ ਵੀ ਮਾਨਤਾ ਕਰਦੇ ਨੇ, ਗੁੱਗਾ ਕਰਕੇ ਇਹਦੀ ਸੱਪਾਂ ਦੀ। ਉਹ ਤਾਂ ਪਹਾੜਾਂ ਨੂੰ ਵੀ ਪੂਜਦੇ ਸੀ, ਉਹ ਤਾਂ ਟੋਭਿਆਂ ਨੂੰ ਵੀ ਪੂਜਦੇ ਸੀ, ਉਹ ਤਾਂ ਦਰਖਤਾਂ ਨੂੰ ਵੀ ਪੂਜਦੇ ਸੀ। ਸੋ ਉਹ ਸੱਭਿਅਤਾ ਦੇ ਸਹਾਰੇ ਲੱਗ ਕੇ ਕੇਜੜੀ ਦੇ ਜਦ ਰੁੱਖ ਵੱਢੇ ਜਾਂਦੇ ਸੀ, ਲੋਕਾਂ ਨੇ ਜਾਨ ਦੇਤੀ। ਸੁੰਦਰ ਲਾਲ ਬਹੁਗੁਣਾ ਦੀ ਕਹਾਣੀ ਤੁਸੀਂ ਸਾਰੀ ਸੁਣੀ ਹੋਏਗੀ, ਅਤੇ ਉਹ ਬੀਬੀ ਦੀ ਕਹਾਣੀ ਸੁਣੀ ਹੋਏਗੀ। ਸਾਰਿਆਂ ਨੇ ਉਹਨਾਂ ਨੇ ਜਾਨ ਦੇਤੀ ਆਪਦੀ ਵੀ ਅਸੀਂ ਰੁੱਖ ਨਹੀਂ ਵੱਢਣ ਦੇਣੇ। ਸੋ ਇਹ ਸਾਡੀਆਂ ਪਰੰਪਰਾਵਾਂ ਤਾਂ ਇਹੀ ਨੇ, ਸਾਡਾ ਧਰਮ ਤਾਂ ਇਹ ਹੈ। ਪਰ ਇਹਦੇ ਉਲਟ ਹੁਣ ਇਹ ਕੀ ਕਰਦੇ ਨੇ ਵੀ ਜੇ ਕੋਈ ਡਾਕਟਰ ਹਿੰਦੂ ਹੈ ਉਹਨੇ ਮੁਸਲਮਾਨਾਂ ਦਾ ਇਲਾਜ ਨਹੀਂ ਕਰਨਾ, ਇਹੋ ਜਿਹੀ ਇਹ ਐਂ ਤਾਂ ਨਹੀਂ ਕਹਿੰਦੇ, ਸਿੱਧਾ ਆਪ ਇਹਨਾਂ ਦੇ ਬੰਦੇ ਕਹਿੰਦੇ ਨੇ। ਆ ਰੋਜ਼ ਮੈਂ ਡਾਕਟਰਾਂ ਦਾ ਇੱਕ ਗਰੁੱਪ ਹੈ ਮੇਰੇ ਆਪਣੇ ਬੈਚਮੇਟਸ ਆ, ਉਹ ਰੋਜ਼ ਮੁਸਲਮਾਨਾਂ ਨੂੰ ਗਾਲਾਂ ਕੱਢਣ 'ਤੇ ਲੱਗਿਆ ਹੁੰਦਾ, ਪਾਇਆ ਹੋਇਆ ਵੀ ਅਸੀਂ ਅਲਟਰਾਸਾਊਂਡ ਗਰੁੱਪ ਹਾਂ। ਕਾਹਦਾ ਅਲਟਰਾਸਾਊਂਡ ਗਰੁੱਪ ਹੈ? ਰੋਜ਼ ਹੀ ਜੇ ਤੁਸੀਂ ਗਾਲਾਂ ਕੱਢਣੀਆਂ ਨੇ ਮੁਸਲਮਾਨਾਂ ਨੂੰ, ਦੂਜੇ ਧਰਮ ਨੂੰ, ਫਿਰ ਤਾਂ ਤੁਸੀਂ ਅਲਟਰਾਸਾਊਂਡ ਦਾ ਤਾਂ ਨਾਮ ਵਰਤ ਰਹੇ ਹੋ। ਜੇ ਡਾਕਟਰਾਂ 'ਚ ਇਹੋ ਜਿਹਾ ਜ਼ਹਿਰ ਭਰਿਆ ਗਿਆ, ਜਿਹੜੇ ਰਿਟਾਇਰ ਹੋ ਚੁੱਕੇ, ਜਿਹੜੇ 60 70 ਸਾਲ 65 70 ਸਾਲ ਦੀ ਉਮਰ ਦੇ ਨੇ, ਉਹਨਾਂ 'ਚ ਵੀ ਇਹ ਜ਼ਹਿਰ ਭਰਤਾ। ਹੁਣ ਜੇ ਤੁਸੀਂ ਇੰਨਾ ਜ਼ਹਿਰ ਭਰ ਦੋਗੇ, ਔਰ ਮੈਂ ਉਹਨਾਂ ਨੂੰ ਕਦੇ ਪਹਿਲਾਂ ਇੰਨਾ ਜ਼ਹਿਰ ਹੀ ਦੇਖਿਆ ਨਹੀਂ ਸੀ, ਕਿਉਂਕਿ ਸਾਡੇ ਨਾਲ 5.5 ਸਾਲ ਤਾਂ ਇਕੱਠੇ ਪੜ੍ਹੇ ਨੇ ਨਾ, 5.5 6 ਸਾਲ ਅਸੀਂ ਇਕੱਠੇ ਰਹੇ ਹਾਂ, ਅਤੇ ਮੈਂ ਤਾਂ ਕਦੀ ਦੇਖਿਆ ਨਹੀਂ ਸੀ। ਉਹਨਾਂ ਨੂੰ ਇੰਨਾ ਜ਼ਹਿਰ ਪਤਾ ਸੀ ਵੀ ਇਹ ਹੈਗੇ ਨੇ, ਇਹਨਾਂ 'ਚ ਹਿੰਦੂਵਾਦ ਹੈਗਾ, ਪਰ ਅਸੀਂ ਜ਼ਹਿਰ ਨਹੀਂ ਦੇਖਿਆ ਸੀ ਕਿਸੇ ਪ੍ਰਤੀ। ਹੁਣ ਤਾਂ ਜ਼ਹਿਰ ਭਰਤਾ। ਸੋ ਇਸ ਕਰਕੇ ਅਸੀਂ ਆਹ ਜਿਹੜਾ ਬਿਲਾਂ ਦਾ ਵਿਰੋਧ ਸੀਗਾ, ਬਿਲਾਂ ਦਾ ਜਿਹੜੇ ਵਿਰੋਧ ਕਰਦੇ ਸੀ ਉਹਨਾਂ ਦਾ ਵਿਰੋਧ ਇਹ ਕਰਿਆ ਜਾ ਰਿਹਾ ਸੀ ਇਹ ਕਹਿ ਕੇ ਵੀ ਕਿਉਂਕਿ ਸਿੱਖ ਵਿਰੋਧ ਕਰ ਰਹੇ ਨੇ, ਹਾਲਾਂਕਿ ਵਿਰੋਧ ਤਾਂ ਪੂਰਾ ਭਾਰਤ ਕਰ ਰਿਹਾ ਸੀ। ਸੋ ਅਸੀਂ ਜਿਹੜੀਆਂ ਇਹ ਪਰੰਪਰਾਵਾਂ, ਜਿਹੜੀ ਇਹ ਧਰਮ ਸੰਸਦ ਨੇ ਕਿਹਾ, ਹੁਣ ਇਹ ਧਰਮ ਸੰਸਦ ਕਦ ਖੜੀ ਕਰਦੇ ਨੇ?
ਜਿੱਦੇ ਕਿਸਾਨਾਂ ਦਾ ਅੰਦੋਲਨ ਸੀ ਉਹਦੇ ਇਹੀ ਇਹਨਾਂ ਦੇ ਜਿਹੜੇ ਸੀਗੇ ਸਾਧੂ ਸੰਤ, ਇਹਨਾਂ ਨੇ ਕਿਹਾ ਹੁਣ ਅਸੀਂ ਜਾਵਾਂਗੇ ਬਾਰਡਰ ਤੇ, ਅਸੀਂ ਹਥਿਆਰ ਲੈ ਕੇ ਜਾਵਾਂਗੇ, ਅਸੀਂ ਦੇਖਾਂਗੇ ਦਿੱਲੀ ਕੀ ਕਰਦੀ ਹੈ, ਸਾਨੂੰ ਰੋਕਦੀ ਕਿਵੇਂ ਹੈ। ਉਹ ਕਿਸਾਨਾਂ ਦੇ ਅੰਦੋਲਨ ਨੂੰ ਢਾਉਣ ਵਾਸਤੇ ਸੀਗਾ। ਉਹ ਗੱਲ ਵੱਖਰੀ ਹੈ, ਦਮ ਜੇ ਰੋਜ਼ ਹੀ ਮਾਰਦੇ ਨੇ ਇੱਦਾਂ ਦੇ, ਭੀੜ ਤੰਤਰ ਬਣਾ ਕੇ ਕਤਲ ਵਗੈਰਾ ਕਰਦੇ ਵੀ ਨੇ, ਪਰ ਫਿਰ ਭੱਜ ਵੀ ਜਾਂਦੇ ਨੇ। ਇੱਥੇ ਖੱਟੜ ਨੇ ਕਿਹਾ ਜੀ ਸੀ ਵੀ ਲੈ ਲਓ। ਸੋ ਇੱਕ ਤਾਂ ਇਹ ਉਦੋਂ ਤਾਂ ਐਂ ਯੂਜ਼ ਕਰਿਆ ਵੀ ਅਸੀਂ ਹੁਣ ਦਿੱਲੀ ਟੱਪਾਂਗੇ, ਅਸੀਂ ਬਾਰਡਰ ਟੱਪਾਂਗੇ, ਅਸੀਂ ਉਹੀ ਧਰਮ ਸੰਤ, ਉਹੀ ਸਾਧੂ ਸੰਤ। ਤੇ ਕਿਉਂਕਿ ਉਦੋਂ ਕਿਸਾਨਾਂ ਦੇ ਅੰਦੋਲਨ ਦੇ ਖਿਲਾਫ ਬੋਲਣਾ ਸੀ। ਜਦੋਂ ਮੋਦੀ ਨੇ ਇੱਕ ਦਿਨ ਸੁਬਾਹ ਹੀ ਉੱਠ ਕੇ ਕਹਿਤਾ ਵੀ ਮੈਂ ਤਾਂ ਵਾਪਸ ਲੈ ਲਏ, ਫਿਰ ਇਹਨਾਂ ਦੀ ਫੂਕ ਜੀ ਨਿਕਲ ਗਈ ਵੀ ਹੁਣ ਕੀ ਕਰੀਏ। ਹੁਣ ਉਹਨਾਂ ਨੇ ਆਹ ਦੂਜਾ ਸ਼ੁਰੂ ਕਰ ਲਿਆ ਵੀ ਹੁਣ ਤਾਂ ਮੌਕਾ ਸਮਾਂ ਵੀ ਇਹ ਮੈਨੂੰ ਤਾਂ ਮੈਂ ਕਈ ਜਗ੍ਹਾ ਤੇ ਚੈਨਲਾਂ ਤੇ ਕਿਹਾ ਵੀ ਇਹ ਚੋਣਾਂ ਵੇਲੇ, ਯੂਪੀ ਦੀਆਂ ਵੇਲੇ ਇਹ ਬੜਾ ਵੱਡਾ ਦੰਗਾ ਫਸਾਦ ਕਰਾਉਣਗੇ। ਆ ਪਿੱਛੇ ਹੋਇਆ ਨਹੀਂ ਵੀ ਤਾਂ ਕਾਸ਼ੀ ਦਾ ਜੀ ਕਬਜ਼ਾ ਕਰ ਲੈਣਾ, ਅਸੀਂ ਰਾਮਦੇਵ ਭੂਮੀ ਤਾਂ ਲੈ ਲਈ, ਹੁਣ ਕਾਸ਼ੀ ਤੇ ਮਥੁਰਾ ਦੀ ਵਾਰੀ। ਇਹ ਤਾਂ ਕਹਿੰਦੇ ਨੇ ਵੀ ਜਿਹੜਾ ਉਹ ਤਾਜ ਮਹਿਲ ਹੈ ਉਹ ਵੀ ਕਹਿੰਦੇ ਕਿ ਸਾਡਾ ਮੰਦਿਰ ਸੀਗਾ। ਇਹ ਕਹਿੰਦੇ ਜਿਹੜਾ ਮੱਕਾ ਉਹ ਵੀ ਸਾਡਾ ਮੰਦਿਰ ਸੀ, ਪੁੱਛ ਕੇ ਦੇਖ ਲਿਓ ਕਿਸੇ ਨੂੰ। ਕਿ ਇਹ ਤਾਂ ਕਹਿੰਦੇ ਸਾਡੇ ਗ੍ਰੰਥ ਚੁਰਾ ਕੇ ਜਰਮਨੀ ਨੇ, ਇੰਗਲੈਂਡ ਨੇ, ਉਹਨਾਂ ਨੇ ਇਹ ਕਰਿਆ। ਔਰ ਸਿੱਖਾਂ ਬਾਰੇ ਇਹਨਾਂ ਦਾ ਇਹ ਵਿਚਾਰ ਹੈ ਵੀ ਜੇ ਸਿੱਖ ਮੰਨ ਲੈਣ ਵੀ ਅਸੀਂ ਤਾਂ ਕੇਸਾਧਾਰੀ ਹਿੰਦੂ ਹਾਂ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲੈਣ ਵੀ ਇਹ ਸਾਡੇ ਵੇਦਾਂ ਦਾ ਹੀ ਦੂਜਾ ਰੂਪ ਹੈ, ਅਗਲਾ ਰੂਪ ਹੈ ਕਹਿ ਲਓ, ਤੇ ਜੇ ਮੰਨ ਲੈਣ ਕਿ ਵੀ ਜਿਹੜਾ ਹੈਗਾ ਆਪਣਾ ਲੰਗਰ ਪ੍ਰਥਾ ਜਿਹੜੀ ਇਹ ਸਾਡੇ ਭੰਡਾਰੇ ਦਾ ਹੀ ਅਗਲਾ ਰੂਪ ਹੈ, ਤੇ ਫਿਰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਜੇ ਉਹ ਕਹਿੰਦੇ ਨਹੀਂ ਅਸੀਂ ਵੱਖ ਹਾਂ, ਸਾਡਾ ਧਰਮ ਵੱਖ ਹੈ, ਸਾਡੀ ਫਲਸਫਾ ਵੱਖ ਹੈ, ਸਾਡਾ ਗ੍ਰੰਥ ਵੱਖ ਹੈ, ਸਾਡਾ ਰਹਿਣ ਸਹਿਣ ਵੱਖ ਹੈ, ਸਾਡੇ ਤੌਰ ਤਰੀਕੇ ਵੱਖ ਨੇ, ਸਾਡੇ ਰਸਮ ਰਿਵਾਜ ਵੱਖ ਨੇ, ਫਿਰ ਉਹ ਕਹਿੰਦੇ ਚੰਗਾ ਫਿਰ ਤੁਸੀਂ ਦੇਸ਼ ਵਿਰੋਧੀ ਹੋ। ਸੋ ਇਹ ਧਰਮ ਸੰਸਦ ਨੇ ਜੋ ਕੁਝ ਕਿਹਾ, ਕੇਸ ਕੁਛ ਤਾਂ ਬਣਾਈ ਜਾਣਗੇ, ਕੇਸ ਬਣਾਉਣਾ ਤਾਂ ਇਹਨਾਂ ਦਾ ਕੰਮ ਹੈ। ਜਦ ਹਿੰਦੂ ਕਹਿੰਦੇ ਨੇ ਇਹ ਇਕੱਠੇ ਹੋ ਕੇ ਵੀ ਇਹਨਾਂ ਨੂੰ ਐਂ ਕਰ ਦੋ, ਫਿਰ ਕੋਈ ਕਹੇ ਇੱਥੇ ਚੰਗਾ ਅਸੀਂ ਮੁਸਲਮਾਨ ਬਣਾਵਾਂਗੇ। 19 ਕਰੋੜ ਮੁਸਲਮਾਨ ਹੈ। ਜੇ 19 ਕਰੋੜ ਮੁਸਲਮਾਨ ਜਾਣੀ ਕਿ 8 ਬੰਦਿਆਂ 'ਚ ਇੱਕ ਬੰਦਾ ਹੈ, ਜੇ ਉਹ ਕਹਿੰਦੇ ਅਸੀਂ ਮੁਸਲਮਾਨ ਬਣਾਵਾਂਗੇ। ਈਸਾਈ 2 ਕਰੋੜ ਨੇ, ਪੌਣੇ 2 ਕਰੋੜ, ਉਹ ਕਹਿੰਦੇ ਅਸੀਂ ਈਸਾਈਸਤਾਨ ਬਣਾਵਾਂਗੇ। ਜਿਹੜੇ ਸਿੱਖ ਨੇ, ਜੇ ਫਿਰ ਉਹ ਕਹਿੰਦੇ ਨੇ ਅਸੀਂ ਸਿੱਖਸਤਾਨ ਬਣਾਉਣਾ ਹੈ ਜਾਂ ਅਸੀਂ ਖਾਲਿਸਤਾਨ ਬਣਾਉਣਾ ਹੈ, ਤੇ ਫਿਰ ਉਹਨਾਂ ਨੂੰ ਕਿਵੇਂ ਰੋਕੋਗੇ ਤੁਸੀਂ? ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਤਾਂ ਦੇਸ਼ ਨੂੰ ਇੱਕ ਰੱਖਣਾ ਹੈ, ਅਸੀਂ ਤਾਂ ਧਰਮ ਦੇ ਨਾਂ ਤੇ ਵੰਡਣ ਨਹੀਂ ਦੇਣਾ। ਫਿਰ ਜੇ ਤੁਹਾਨੂੰ ਤਾਂ ਧਰਮ ਦੇ ਨਾਂ ਤੇ ਐਲਾਨ ਕਰਨ ਦਾ ਵਾਰ-ਵਾਰ ਹੱਕ ਹੈ, ਤੁਸੀਂ ਕਹੋਗੇ ਜਿੰਨਾ ਚਿਰ ਇੱਕ ਵੀ ਹਿੰਦੂ ਹੈ ਉਹਨਾਂ ਚਿਰ ਹਿੰਦੂ ਰਾਸ਼ਟਰ ਹੈ, ਤੁਸੀਂ ਕਹੋਗੇ ਹੈ ਹੀ ਹਿੰਦੂ ਰਾਸ਼ਟਰ, ਤੁਸੀਂ ਇੱਥੇ ਪ੍ਰੇਅਰ ਵੀ ਉਹ ਗਵਾਓਗੇ। ਇੱਥੇ ਇੱਕ ਪ੍ਰੇਅਰ ਸਕੂਲ 'ਚ ਗਵਾਈ ਜਾ ਸੀ, ਉਹਨੇ ਪਾਇਆ ਵੀ ਕੇਂਦਰੀ ਵਿਦਿਆਲਿਆ 'ਚ ਪ੍ਰੇਅਰ ਗਵਾਈ ਜਾ ਰਹੀ। ਭਾਈ ਕੇਂਦਰੀ ਵਿਦਿਆਲੇ ਸਰਕਾਰੀ ਵਿਦਿਆਲੇ ਨੇ, ਕੋਈ ਮੁਸਲਮਾਨਾਂ ਦੀ ਪ੍ਰੇਅਰ ਸਰਕਾਰੀ ਵਿਦਿਆਲਿਆਂ 'ਚ ਜਾਂ ਸਿੱਖਾਂ ਦੀ ਨਹੀਂ ਗਵਾਈ ਜਾ ਰਹੀ। ਕਿਸੇ ਜ਼ਮਾਨੇ 'ਚ ਗਵਾਈ ਜਾਂਦੀ ਸੀ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਹੀਂ। ਸੋ ਹੁਣ ਨਹੀਂ ਗਵਾਈ ਜਾਂਦੀ, ਹੁਣ ਨੈਸ਼ਨਲ ਐਂਥਮ ਗਾਈ ਜਾਂਦੀ ਹੈ, ਉੱਥੇ ਜਗਾਈ ਜਾਂਦੀ ਹੈ। ਸੋ ਇਹ ਜਿਹੜਾ ਹੈਗਾ ਇਹਨਾਂ ਨੇ ਆਪਦੇ ਜਾਪ ਮੰਤਰ ਹਰ ਜਗ੍ਹਾ ਤੇ ਇਹ ਜਦ ਸ਼ੁਰੂ ਕਰਤੇ, ਔਰ ਸਰਕਾਰੀ ਸਕੂਲਾਂ 'ਚ ਵੀ ਸ਼ੁਰੂ ਕਰਤੇ, ਇਹ ਜ਼ਹਿਰ ਭਰ ਰਹੇ ਨੇ, ਕਿਤਾਬਾਂ ਦੇ ਵਿੱਚ ਵੀ ਇਹ ਕੁਝ ਕਰ ਰਹੇ ਨੇ। ਸੋ ਇਹ ਧਰਮ ਸੰਸਦ ਨੂੰ ਇਹਨਾਂ ਨੇ ਜਾਣ ਬੁੱਝ ਕੇ, ਉਹ ਕਹਿੰਦੇ ਨੇ ਵੀ ਚੋਰਾਂ ਨੂੰ ਕਹੋ ਲੱਗੋ ਤੇ ਸਾਧੂ ਨੂੰ ਕਹੋ ਜਾਗੋ, ਉਹ ਉਹਨਾਂ ਨੂੰ ਆਪੇ ਲਗਵਾਇਆ, ਆਪੇ ਕਰਿਆ। ਇਹ ਮਿਲੀ ਭੁਗਤ ਹੈ। ਉਹਦੇ ਨਾਲ ਇਹ ਮਿਨੋਰਟੀਜ਼ ਨੂੰ ਇੱਕ ਤਾਂ ਦਬਕਾ ਮਾਰ ਕੇ ਰੱਖਣਾ ਚਾਹੁੰਦੇ ਨੇ। ਦੂਜੀ ਗੱਲ, ਪੰਜਾਬ 'ਚ ਤਾਂ ਉਹ ਸ਼ਿਸ਼ਕੇ ਰਹੇ ਨੇ, ਜੇ ਦਬਕਾ ਫਿਰ ਵੀ ਮਾਰਨਗੇ। ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ, ਕਿਉਂਕਿ ਮੋਦੀ ਸਾਹਿਬ ਨੇ ਤਾਂ ਕਹਿਤਾ ਸੀ। ਮੋਦੀ ਸਾਹਿਬ ਨੇ ਪਿਛਲੇ ਸਾਲ, ਐਸੇ ਸਾਲ 'ਚ ਹੀ, ਅਜੇ ਤਾਂ ਸਾਲ ਖਤਮ ਨਹੀਂ ਹੋਇਆ, 2 ਦਿਨ ਰਹਿ ਗਏ, ਇਸੇ ਸਾਲ ਦੇ ਸ਼ੁਰੂਆਤ ਦੇ ਵਿੱਚ ਜਦ ਰਾਜ ਸਭਾ 'ਚ ਭਾਸ਼ਣ 'ਚ ਕੀ ਕਿਹਾ ਸੀ? ਕਹਿੰਦੇ ਦੇਖੋ ਜੀ 47 ਦੇ ਦੰਗਿਆਂ ਨੂੰ ਯਾਦ ਰੱਖੋ, 84 ਦੇ ਦੰਗਿਆਂ ਨੂੰ ਯਾਦ ਰੱਖਣ ਸਿੱਖ ਯਾਦ ਰੱਖਣਾ ਇਕੱਲਾ 47 ਦੇ ਦੰਗਿਆਂ ਨੂੰ। ਉਦੋਂ ਹਿੰਦੂ ਵਿੱਚ ਸ਼ਾਮਲ ਨਹੀਂ ਸੀ, ਮੁਸਲਮਾਨ ਸ਼ਾਮਲ ਨਹੀਂ ਸੀ। 84 'ਚ ਦੰਗੇ ਕਿਹੜੇ ਹੋਏ ਸੀ ਉਹ ਦੱਸ ਦੇਣ। 84 'ਚ ਜੇ ਦੰਗੇ ਹੁੰਦੇ ਤੇ ਪੰਜਾਬ 'ਚ ਕੋਈ ਹਿੰਦੂ ਵੱਜ ਜਾਂਦਾ ਤੁਹਾਡੇ ਖਿਆਲ 'ਚ? ਜੇ ਦਿੱਲੀ 'ਚ ਕਤਲੇਆਮ ਕਰਕੇ, ਕਾਨਪੁਰ 'ਚ ਕਤਲੇਆਮ ਕਰਕੇ ਸਿੱਖਾਂ ਦਾ ਵਡਾਂਗਾ ਕਰਿਆ, ਤੇ ਫਿਰ ਪੰਜਾਬ 'ਚ ਜੇ ਸਿੱਖ ਉੱਠ ਖੜਦਾ ਨਾ, ਫਿਰ ਲਿਆ ਲੈਂਦੇ ਜਿੰਨੀ ਮਰਜ਼ੀ ਮਿਲਟਰੀ। ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ। ਜਦ ਦੇਸ਼ ਦਾ ਹੁਕਮਰਾਨ ਹੀ ਲੋਕਾਂ ਨੂੰ ਮਰਵਾਉਣ ਤੇ ਤੁਰ ਪਏ, ਇਹ ਤਾਂ ਸਿੱਖਾਂ ਦੀ ਆਪਦੀ ਸਿਆਣਪ ਸੀਗੀ। ਸਿੱਖਾਂ ਦੀ ਇਹ ਮੈਂ ਕਹਾਂਗਾ ਬਹੁਤ ਵੱਡੀ ਸਿਆਣਪ ਸੀ ਕਿ ਉਹਨਾਂ ਨੇ ਉਹ ਕਤਲੇਆਮ, ਉਹ ਵਡਾਂਗਾ ਨਹੀਂ ਕਰਿਆ। ਉਹ ਕਰ ਸਕਦੇ ਸੀ। ਇਹਨਾਂ ਨੂੰ ਭੁਲੇਖਾ ਹੋਊ ਵੀ ਜੀ ਜੇ ਹਰਿਮੰਦਰ ਸਾਹਿਬ ਢਾਤਾ ਉਦੋਂ ਤਾਂ ਸ਼ਾਇਦ ਇਹਨਾਂ ਦੀ ਪਾਵਰ ਖਤਮ ਹੋ ਗਈ। ਬਲਕਿ ਜਬ ਬਾਣ ਲੱਗੇ ਤਬੈ ਰੋਸ ਜਾਗੇ। ਜਦ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਢਾਇਆ ਸੀ ਨਾ, ਉਦੋਂ ਤਾਂ ਉਦੋਂ ਜ਼ਿਆਦਾ ਜੋਸ਼ ਜਾਗਿਆ ਸੀ ਵੀ ਅੱਛਾ ਸਾਡੇ ਨਾਲ ਇਹ ਕਰਦੇ ਨੇ। ਪਰ ਨਹੀਂ, ਹਿੰਦੂਆਂ ਨੂੰ ਨਹੀਂ ਮਾਰਿਆ। ਜਿਨ੍ਹਾਂ ਦਾ ਆਪਦਾ ਪੋਲੀਟੀਕਲ ਨਿਸ਼ਾਨਾ ਸੀ ਉਹਨਾਂ ਨੇ ਬੱਸਾਂ ਚੋਂ ਕੱਢ ਕੇ ਮਾਰਤੇ ਹੋਣਗੇ, ਪਰ ਮਾਰਿਆ ਸਿੱਖਾਂ ਨੇ ਹਿੰਦੂਆਂ ਨੂੰ ਨਹੀਂ। ਇਹ ਕੋਈ ਸਾਬਤ ਕਰਦੇ ਵੀ ਆਹ ਫਲਾਣੇ ਮਹੱਲੇ 'ਚ ਜੇ ਸਿੱਖ ਇਕੱਠੇ ਹੋ ਕੇ ਹਿੰਦੂ ਨੂੰ ਪੈ ਗਏ।
ਇਹ ਜਾ ਕੇ ਰੋਜ਼ ਹੀ ਭੀੜ ਤੰਤਰ ਬਣਾ ਕੇ ਪੈਂਦੇ ਨੇ। ਇਹ ਤਾਂ ਇੱਥੋਂ ਦੀ ਜਦ ਲੰਘਦੇ ਸੀਗੇ ਹਰਿਆਣੇ ਵਿੱਚ ਦੀ, ਉਦੋਂ ਇਹਨਾਂ ਦਾ ਭੀੜ ਤੰਤਰ ਆ ਕੇ ਲੋਕਾਂ ਨੂੰ ਮਾਰ ਦਿੰਦਾ ਸੀ। ਇਹਨਾਂ ਨੇ ਭੀੜ ਤੰਤਰ ਬਣਾਇਆ ਹਮੇਸ਼ਾ ਹੀ, ਤੇ ਇਹ ਕਹਿੰਦੇ ਨੇ ਅਸੀਂ ਦੇਸ਼ ਦਾ ਅਸੀਂ ਦੇਸ਼ ਭਗਤ ਹਾਂ। ਮੈਂ ਕਹਾਂਗਾ ਦੇਸ਼ ਤੋਂ ਰੋਹ ਕਮਾਉਂਦੇ ਨੇ। ਦੇਸ਼ ਭਗਤ ਇਹ ਹੈ ਕਿ ਸਾਡੇ ਦੇਸ਼ ਵਿੱਚ ਵੱਖ-ਵੱਖ ਬੋਲੀਆਂ ਨੇ, ਸੈਂਕੜੇ ਬੋਲੀਆਂ ਨੇ। ਸਾਡੇ 12 ਕੋਹ ਤੇ ਬੋਲੀ ਬਦਲ ਜਾਂਦੀ ਹੈ, ਹਜ਼ਾਰਾਂ ਹੀ ਰਲ ਕੇ। ਵੱਖ-ਵੱਖ ਬੋਲੀਆਂ ਨੇ, ਵੱਖ-ਵੱਖ ਪਹਿਰਾਵਾ ਹੈ, ਵੱਖ-ਵੱਖ ਰਸਮ ਰਿਵਾਜ ਨੇ, ਵੱਖ-ਵੱਖ ਰੰਗ ਰੂਪ ਹੈ, ਵੱਖ-ਵੱਖ ਧਰਮ ਹੈ, ਵੱਖ-ਵੱਖ ਜਾਤਾਂ ਨੇ, ਵੱਖ-ਵੱਖ ਤੌਰ ਤਰੀਕਾ ਕੰਮ ਕਰਨ ਦਾ, ਵੱਖ-ਵੱਖ ਅਰਥਚਾਰਾ ਹੈ। ਪਰ ਇਹਦੇ ਬਾਵਜੂਦ ਅਸੀਂ ਇੱਕ ਹਾਂ, ਕਿਉਂਕਿ ਬਹੁਤ ਸਾਰੇ ਫੁੱਲ ਨੇ ਇਸ ਗੁਲਦਸਤੇ ਦੇ। ਹਰ ਇੱਕ ਦਾ ਆਪਣਾ ਆਪਣਾ ਰੰਗ ਹੈ। ਕਈਆਂ ਦਾ ਕਿਸੇ ਨਾਲ ਥੋੜ੍ਹਾ ਜਿਹਾ ਮਿਲਦਾ ਹੈ, ਕਈਆਂ ਦਾ ਗਾੜਾ ਹੈ, ਕਈਆਂ ਦਾ ਫਿੱਕਾ ਹੈ, ਕਈਆਂ ਦਾ ਉਦੋਂ ਉਲਟਾ ਹੈ ਬਿਲਕੁਲ ਹੀ। ਸੋ ਇਸ ਕਰਕੇ ਇਹ ਜਿਹੜੀ ਧਰਮ ਸੰਸਦ ਹੈ, ਇਹ ਧਰਮ ਸੰਸਦ ਦੇਸ਼ ਵਿਰੋਧੀ ਹੈ, ਦੇਸ਼ ਦੀ ਏਕਤਾ ਦੇ ਵਿਰੋਧੀ ਹੈ, ਮਨੁੱਖਤਾ ਦੇ ਵਿਰੋਧੀ ਹੈ, ਸਾਡੇ ਸੰਵਿਧਾਨ ਦੇ ਵਿਰੋਧੀ ਹੈ। ਸੰਵਿਧਾਨ ਦਾ ਆਰਟੀਕਲ 14 ਕਹਿੰਦਾ ਹੈ ਵੀ ਧਰਮ ਦੇ ਨਾਂ ਤੇ ਤੁਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹਦਾ ਮਤਲਬ ਕਿ ਇਹਦਾ ਹੁਣ ਮੁਕਾਬਲਾ ਜਿਹੜਾ ਆ, ਕਿਉਂਕਿ ਉਹ ਤਾਂ ਆਪਣਾ ਭੀੜ ਤੰਤਰ ਇਕੱਠਾ ਕਰ ਰਹੇ ਨੇ, ਉਹ ਆਪਣੀ ਬ੍ਰਿਗੇਡ ਨੂੰ ਅੱਗੇ ਵਧਾ ਰਹੇ ਨੇ, ਉਹ ਆਪਣੇ ਉਹਨਾਂ ਮਨਸੂਬਿਆਂ ਤੇ ਚੱਲ ਰਹੇ ਨੇ ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦੇ ਨੇ। ਪਰ ਇਹਦਾ ਮੁਕਾਬਲਾ ਵੀ ਤਾਂ ਕਿਤੇ ਹੋਣਾ ਚਾਹੀਦਾ। ਕਹਿੰਦੇ ਇੱਕ ਕਮਜ਼ੋਰ ਵਿਰੋਧੀ ਧਿਰ ਜਿਹੜੀ ਹੈ ਉਹ ਤਾਨਾਸ਼ਾਹ ਨੂੰ ਪੈਦਾ ਕਰਦੀ ਹੈ। ਤਾਨਾਸ਼ਾਹ ਹੁਣ ਅੱਗੇ ਵੱਧਦੇ ਨੇ ਤੇ ਉਹ ਫਿਰ ਇਹੋ ਜਿਹੇ ਕੰਮ ਹੀ ਕਰਨਗੇ। ਕੁਝ ਉਹ ਲੋਕ ਜਿਹੜੇ ਮਤਲਬ ਕਿ ਹਿੰਦੂਆਂ ਦੇ ਨਾਮ ਦੇ ਉੱਤੇ ਭੀੜ ਤੰਤਰ ਬਣੇ ਹੋਏ ਨੇ, ਜਿਹੜੇ ਇਹਨਾਂ ਦੇ ਉਸ ਛਲਾਵੇ ਦੇ ਅੰਦਰ ਆ ਜਾਂਦੇ ਨੇ, ਪ੍ਰਭਾਵਿਤ ਹੋ ਜਾਂਦੇ ਨੇ, ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸਿਓ ਖੋਲ ਕੇ। ਦੇਖੋ, ਗੱਲ ਇਹ ਹੈ ਵੀ ਇੱਕ ਤਾਂ ਜਿਹੜੀ ਭੀੜ ਤੰਤਰ ਬਣਾਉਂਦੇ ਨੇ, ਬਿਲਕੁਲ ਠੀਕ ਤੁਸੀਂ ਕਿਹਾ ਹੈ, ਜਦ ਵਿਰੋਧ ਕਮਜ਼ੋਰ ਹੋਵੇ ਉਦੋਂ ਹੁਕਮਰਾਨ ਜ਼ਿਆਦਾ ਜ਼ਾਲਮ ਹੋ ਜਾਂਦਾ ਹੈ। ਉਹਨੂੰ ਲੱਗਦਾ ਵੀ ਮੈਂ ਹੀ ਹਾਂ ਸਭ ਕੁਛ, ਔਰ ਉਹਦੀਆਂ ਅੱਖਾਂ ਅੱਗੇ ਸਰੋਂ ਫੁੱਟ ਜਾਂਦੀ ਹੈ। ਉਹਨੂੰ ਅਸਲੀਅਤ ਦਿਖਣੋਂ ਹਕੀਕਤ ਤੋਂ ਮੂੰਹ ਮੋੜ ਲੈਂਦਾ ਹੈ। ਤੇ ਹਕੀਕਤ ਤੋਂ ਮੂੰਹ ਮੋੜੇ ਕਾਰਨ ਹੀ ਸੀ ਵੀ 700 ਕਿਸਾਨ ਸ਼ਹੀਦ ਹੋ ਕੇ ਮੋਦੀ ਨੂੰ ਵਾਪਸ ਮੁੜਨਾ ਪਿਆ। ਨਹੀਂ ਸ਼ਾਇਦ ਪਹਿਲਾਂ ਮੁੜ ਪੈਂਦਾ ਜੇ ਹਕੀਕਤ ਤੋਂ ਮੂੰਹ ਨਾ ਮੋੜਿਆ ਹੁੰਦਾ। ਸੋ ਹਕੀਕਤ ਤੋਂ ਮੂੰਹ ਹੁਣ ਵੀ ਇੱਕ ਬੀਜ ਬਿਲ ਲਿਆ ਰਹੇ ਨੇ। ਬੀਜ ਬਿਲ 2019, ਉਹਦਾ ਵੀ ਤੁਸੀਂ ਦੇਖੋ ਕਿ ਕਿਸਾਨਾਂ ਦਾ ਕੀ ਕੁੰਡਾ ਕਰਦੇ ਨੇ ਉਹਦੇ 'ਚ। ਸਾਨੂੰ ਤਾਂ ਲੱਗਦਾ ਨਾ, ਔਰ ਜਿਹੜੇ ਕਿਸਾਨ ਹੁਣ ਜਿੱਤ ਕੇ, ਮੈਂ ਤਾਂ ਕਹਿੰਦਾ ਜਿੱਤ ਵੀ ਜਾਣਗੇ ਤੇ ਜਿੱਤ ਕੇ ਅੱਗੇ ਆਉਣਗੇ ਅਸੈਂਬਲੀ 'ਚ, ਉਹਨਾਂ ਨੂੰ ਉਹ ਬੀਜ ਬਿਲ ਦਾ ਦੇਖਾਂਗੇ ਕਿੰਨਾ ਕੁ ਵਿਰੋਧ ਕਰਕੇ ਉਹ ਬੀਜ ਬਿਲ ਨੂੰ ਅਸੈਂਬਲੀ 'ਚ ਬੈਠ ਕੇ ਕਿਵੇਂ ਰੋਕ ਸਕਣਗੇ। ਕਿਉਂਕਿ ਉੱਥੇ ਬੈਠ ਕੇ ਤਾਂ ਰੋਕਿਆ ਹੀ ਹੈ ਉਹਨਾਂ ਨੇ। ਹੁਣ ਦੇਖਾਂਗੇ ਵੀ ਅਸੈਂਬਲੀ 'ਚ ਬੈਠ ਕੇ ਉਹ ਕਿਵੇਂ ਰੋਕਣਗੇ ਉਸੇ ਬਿੱਲ ਨੂੰ, ਉਸੇ ਬਿੱਲ ਦਾ ਵਿਰੋਧ ਕਰਕੇ ਉਹਨੂੰ ਰੱਦ ਕਰਕੇ ਦਿਖਾਉਣ। ਇੱਥੋਂ ਕਹਿ ਦੇਣਗੇ ਵੀ ਅਸੀਂ ਰੱਦ ਕਰਤਾ, ਪਰ ਉਹਨੂੰ ਲਾਗੂ ਹੁਣ ਉਹ ਹਟਾ ਕੇ ਦਿਖਾਉਣ ਇੱਥੇ। ਫਿਰ ਪਤਾ ਲੱਗ ਜਾਏਗਾ ਵੀ ਕਿੰਨੀ ਕੁ ਤਾਕਤ ਹੁੰਦੀ ਹੈ ਅਸੈਂਬਲੀਆਂ 'ਚ। ਸੋ ਵਿਰੋਧ ਕਮਜ਼ੋਰ ਹੋਇਆ, ਇਹ 'ਚ ਕੋਈ ਸ਼ੱਕ ਨਹੀਂ। ਵਿਰੋਧ ਕੱਢਾ ਅਸੈਂਬਲੀਆਂ ਪਾਰਲੀਮੈਂਟਾਂ 'ਚ ਨਹੀਂ ਹੁੰਦਾ, ਉੱਤੇ ਵੀ ਹੋਣਾ ਚਾਹੀਦਾ। ਪਰ ਵਿਰੋਧ ਆਮ ਹੀ ਕਮਜ਼ੋਰ ਕਰਤਾ ਇਹਨਾਂ ਨੇ। ਜਿਹੜੀ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਸੀ, ਸਟੂਡੈਂਟ ਯੂਨੀਅਨ ਨੇ ਚੋਣਾਂ ਬੰਦ ਕਰਤੀਆਂ, ਕੋਆਪਰੇਟਿਵ ਸੁਸਾਇਟੀਆਂ ਦਾ ਹਾਲ ਮਾੜਾ ਕਰਤਾ। ਇੱਕ ਪੰਚਾਇਤਾਂ ਦੀਆਂ ਚੋਣਾਂ ਜ਼ਰੂਰ 5 ਸਾਲਾਂ ਬਾਅਦ ਹੋ ਜਾਂਦੀਆਂ ਨੇ, 3 ਸਾਲਾਂ ਬਾਅਦ, ਉਹ ਵੀ ਐਕਟ ਬਣਿਆ ਹੋਇਆ, ਸੰਵਿਧਾਨਕ ਹੋਇਆ। ਨਹੀਂ ਤਾਂ ਥਾਂ ਥਾਂ ਦੇ ਉੱਤੇ ਕਿੰਨੀਆਂ ਯੂਨੀਅਨਾਂ, ਕਿੰਨੀਆਂ ਜਥੇਬੰਦੀਆਂ, ਸਭ ਦੀਆਂ ਚੋਣਾਂ ਇਹਨਾਂ ਨੇ ਬੰਦ ਕਰਤੀਆਂ। ਆ ਪੰਜਾਬ ਯੂਨੀਵਰਸਿਟੀਆਂ ਹੁਣੀ ਚੋਣਾਂ ਹੋਈਆਂ ਨੇ ਤੇ ਨੋਟੀਫਾਈ ਨਹੀਂ ਕਰ ਰਿਹਾ ਸਾਡਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ, ਉਹ ਚਾਂਸਲਰ ਨੇ ਯੂਨੀਵਰਸਿਟੀ ਦੇ, ਕਿਉਂਕਿ RSS ਹਾਰ ਗਿਆ ਇਹਨਾਂ 'ਚ। 6 ਸੀਟਾਂ ਤੇ 6 ਦੀਆਂ 6 'ਚ ਹਾਰ ਗਏ। BJP RSS ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ, ਉਹ ਨੋਟੀਫਾਈ ਨਹੀਂ ਕਰ ਰਹੇ। ਇਲੀਗਲ ਕੰਮ ਬਿਲਕੁਲ ਹੀ ਗੈਰ ਕਾਨੂੰਨੀ ਕਰੀ ਜਾ ਰਹੇ ਨੇ। ਸੋ ਜਦ ਬੰਦਿਆਂ ਨੂੰ ਨਾ ਧਰਮ ਦੀ, ਨਾ ਕਰਮ ਦੀ, ਨਾ ਸੰਵਿਧਾਨ ਦੀ, ਨਾ ਕਾਨੂੰਨ ਦੀ ਸ਼ਰਮ ਹੋਵੇ, ਉਦੋਂ ਫਿਰ ਕੀ ਕਰਨਾ ਪੈਂਦਾ ਹੈ? ਕਿਉਂ ਕਰ ਅਜ਼ਾ ਹਮ ਹੀਲ ਤੇ ਦਰਗੁਜਸਤ। ਫਿਰ ਤੁਹਾਨੂੰ ਉੱਠਣਾ ਪੈਂਦਾ, ਫਿਰ ਉੱਠ ਕੇ ਤੁਹਾਨੂੰ ਇਕੱਠੇ ਹੋਣਾ ਪੈਂਦਾ। ਤੇ ਉਹਦੇ ਉੱਤੇ ਜਦ ਸਾਡਾ ਇਹ ਸਾਰਾ ਕੁਝ ਖੋ ਰਹੇ ਨੇ, ਮਿਨੋਰਟੀਜ਼ ਦਾ ਵੀ, ਆਮ ਲੋਕਾਂ ਦਾ ਵੀ, ਹਿੰਦੂਆਂ ਦਾ ਕਿਹੜਾ ਛੱਡ ਰਹੇ ਨੇ। ਜੇ ਅੰਬਾਨੀ ਅਡਾਨੀ ਨੂੰ ਸਭ ਕੁਝ ਵੇਚ ਦੇਣਾ ਹੈ, ਤੁਹਾਡੇ ਖਿਆਲ 'ਚ ਕੋਈ ਹਟਵਾਨੀਆ ਰਹਿ ਜੂਗਾ, ਕੋਈ ਦੁਕਾਨਦਾਰ ਰਹਿ ਜੂਗਾ, ਕੋਈ ਰੇਹੜੀ ਰਿਕਸ਼ਾ ਵਾਲਾ ਰਹਿ ਜੂਗਾ, ਕੋਈ ਛੋਟਾ ਵਪਾਰੀ ਰਹਿ ਜੂਗਾ, ਕੋਈ ਟਰੱਕ ਯੂਨੀਅਨ ਵਾਲਾ ਰਹਿ ਜੂਗਾ, ਕੋਈ ਗੱਡੀ ਚਲਾਉਣ ਵਾਲਾ, ਗੱਡੀਆਂ ਤੁਹਾਡੇ ਖਿਆਲ 'ਚ ਓਲਾ ਉਬਰ ਕੋਈ ਸਾਰੇ ਮੁਸਲਮਾਨ, ਸਿੱਖ ਜਾਂ ਈਸਾਈ ਚਲਾਉਂਦੇ ਨੇ, ਉਹ ਰਹਿ ਜਾਣਗੇ। ਆਟੋ ਚਲਾਉਣ ਵਾਲੇ ਰਹਿ ਜਾਣਗੇ ਤੇ ਸੜਕਾਂ ਦੇ ਉੱਤੇ ਹੀ ਸਾਰਾ ਕੁਝ ਹੋ ਜੂ। ਇਹਨਾਂ ਨੂੰ ਬਹੁਤ ਭੁਲੇਖਾ ਹੈ, ਇਹਨਾਂ ਨੂੰ ਬਹੁਤ ਭੁਲੇਖਾ ਹੈ ਕਿ ਵੀ ਹਿੰਦੂਵਾਦ ਦੇ ਨਾਲ ਮੁਲਕ ਚੱਲੇਗਾ। ਹਿੰਦੂਵਾਦ ਦੇ ਨਾਲ ਨਹੀਂ ਚੱਲ ਸਕਦਾ ਮੁਲਕ, ਔਰ ਸਾਰੇ ਦੁਖੀ ਹੋਣਗੇ, ਸਾਰਿਆਂ ਦੀ ਲੁੱਟ ਹੋਏਗੀ। ਔਰ ਇਹ ਅੰਬਾਨੀਆਂ ਅਡਾਨੀਆਂ ਨੂੰ ਸਾਰਾ ਕੁਝ ਵੇਚਣਾ ਚਾਹੁੰਦੇ ਨੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ। ਸੋ ਅੱਜ ਲੋਕਾਂ ਨੂੰ ਇੱਕ ਤਾਂ ਆਪਦਾ ਇੱਕ ਇਹ ਕਰਨਾ ਪਊਗਾ, ਅਸੀਂ ਅੰਬਾਨੀ ਅਡਾਨੀ ਨੂੰ, ਜਦ ਤੁਸੀਂ ਅੰਬਾਨੀ ਅਡਾਨੀ ਦਾ ਤੁਸੀਂ ਦੇਖਿਆ ਸੀ, ਇਹਨਾਂ ਨੇ ਜ਼ੋਰ ਲਾ ਲਿਆ ਮੋਰਚੇ ਨੂੰ ਤੋੜਨ ਦਾ ਹਿੰਦੂ ਸਿੱਖ ਦੇ ਨਾਂ ਤੇ। ਜੇ ਨਹੀਂ ਤੋੜਨ ਦਾ ਜ਼ੋਰ ਲਾਇਆ ਤਾਂ ਦੱਸੋ, ਇਹ ਖਾਲਿਸਤਾਨੀ ਨੇ ਜੀ, ਇਹ ISIS ਦੇ ਏਜੰਟ ਨੇ ਜੀ, ਬੰਦਾ ਮਾਰ ਕੇ ਟੰਗਤਾ। ਇਹਦੇ ਬਾਵਜੂਦ ਇਹ ਕੁਝ ਨਹੀਂ ਕਰ ਸਕੇ। ਸਿਰ ਪਾੜ ਦਾਂਗੇ, ਉਹ ਕਰ ਦਾਂਗੇ, ਕੁਝ ਕਰ ਸਕੇ ਨਹੀਂ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਿਉਂਕਿ ਲੋਕਾਂ ਨੂੰ ਵੱਡਾ ਮੁੱਦਾ ਸਾਹਮਣੇ ਸੀ। ਪੰਜਾਬ, ਹਰਿਆਣਾ, UP, ਪੂਰਾ ਭਾਰਤ ਇਕੱਠਾ ਹੋ ਗਿਆ ਵੀ ਚੰਗਾ ਦੇਖੀ ਜਾਓ। ਉਹਦੇ ਹਿੰਦੂ ਕੀ ਹੈ ਨਹੀਂ ਸੀਗੇ। ਤੁਹਾਡੇ ਖਿਆਲ 'ਚ ਹਿੰਦੂਆਂ ਦੀ ਜ਼ਮੀਨ ਨਹੀਂ ਜਾਏਗੀ,
ਹਿੰਦੂਆਂ ਦਾ ਵਪਾਰ ਨਹੀਂ ਜਾਏਗਾ, ਹਿੰਦੂਆਂ ਦੀ ਪੜ੍ਹਾਈ ਨਹੀਂ ਜਾਏਗੀ, ਹਿੰਦੂਆਂ ਦਾ ਇਲਾਜ ਬੰਦ ਨਹੀਂ ਹੋਏਗਾ। ਇਹ ਇਕੱਲਿਆਂ ਦਾ ਨਹੀਂ ਹੋਣਾ, ਇਹ ਹਰੇਕ ਦੇ ਹੋਣਾ। ਸੋ ਇਸ ਕਰਕੇ ਹਿੰਦੂ ਮੁਸਲਮਾਨ ਦੇ ਨਾਂ 'ਤੇ ਜਿਹੜਾ ਡਿਵਾਈਡ ਕਰ ਰਹੇ ਨੇ, ਇੱਕ ਤਾਂ ਉਹ ਆਪੋਜੀਸ਼ਨ ਤਕੜੀ ਕਰਨੀ, ਉਹਦਾ ਤੌਰ ਤਰੀਕਾ ਇਹ ਹੈ ਕਿ ਇੱਕ ਲਹਿਰ ਬਣਾਓ। ਇੱਕ ਹੁੰਦਾ ਹੈ ਪਾਰਲੀਮੈਂਟਰੀ ਸਟਰਗਲ, ਜੱਦੋ ਜਹਿਦ, ਇੱਕ ਹੁੰਦੀ ਹੈ ਬਾਹਰ ਪਾਰਲੀਮੈਂਟ ਤੋਂ ਬਾਹਰ ਗੈਰ ਪਾਰਲੀਮੈਂਟਰੀ, ਠੀਕ ਹੈ। ਕਿ ਜਿਹੜੀ ਸੰਸਦ ਤੋਂ ਬਾਹਰ ਜੱਦੋ ਜਹਿਦ ਹੈ ਉਹ ਕਰਾਈ ਹੈ ਮੋਰਚੇ ਨੇ। MP ਸੰਸਦ ਤੋਂ ਬਾਹਰ ਆ ਕੇ ਨਾਅਰੇ ਲਾਉਣ ਲੱਗੇ, ਉਹ ਸੰਸਦ ਤੋਂ ਬਾਹਰ ਜੱਦੋ ਜਹਿਦ ਸੀ ਸਾਂਸਦਾਂ ਦੀ। ਤੇ ਸੰਸਦ ਦੇ ਅੰਦਰ ਜੱਦੋ ਜਹਿਦ ਸੀ, ਉਹ ਕਹਿੰਦੇ ਸੀ ਤੁਸੀਂ ਬਿੱਲ ਗਲਤ ਪਾਸ ਕਰੇ, ਤੁਸੀਂ ਮਰਿਆਦਾ ਨਹੀਂ ਕਰੀ। ਸੰਸਦ ਦੇ ਅੰਦਰ ਜੱਦੋ ਜਹਿਦ ਸੀ ਇੱਥੇ 2 ਵਾਰੀ ਬਿੱਲ ਰੱਦ ਕਰੇ ਵੀ ਅਸੀਂ ਨਹੀਂ ਮੰਨਦੇ, ਹੋਰ 1-2 ਸੂਬਿਆਂ ਨੇ ਵੀ ਕਰੇ। ਸੋ ਇਹ ਸੰਸਦ ਦੇ ਅੰਦਰ ਤੇ ਸੰਸਦ ਦੇ ਬਾਹਰ ਦੋਨੇ ਪਾਸੇ ਜੱਦੋ ਜਹਿਦ ਕਰਨੀ ਪਊਗੀ, ਤਾਂ ਜਿਹੜੇ ਆਏ ਸਿੰਘ ਕੱਢੀ ਫਿਰਦੇ ਨੇ ਵੀ ਹਮ ਤੋਂ ਆਏ ਆ ਹਮ ਕੋ ਤੁਮ ਕੋ ਕਰਦੇ ਨੇ, ਇਹਨਾਂ ਨੂੰ ਕੋਈ ਪੁਲਿਸ ਫੌਜ ਜੇਲਾਂ ਨਹੀਂ ਰੋਕ ਸਕਦੀਆਂ। ਮੈਂ ਤੁਹਾਨੂੰ ਅੱਜ ਵੀ ਦੱਸਣਾ, ਜਿਹੜੇ ਬੰਬ ਲੋਕਾਂ ਦੇ ਮਨ 'ਚ, ਜਿਹੜੇ ਬੰਬ ਬੱਚਿਆਂ ਦੇ ਮਨ 'ਚ ਇਹਨਾਂ ਨੇ ਫਿੱਟ ਕਰਤੇ, ਉਹ ਬੰਬਾ ਕੱਢੀ ਇੱਥੇ ਪਾਏ ਹੋਏ ਸੀ ਕਿੰਨੇ ਵੀਡੀਓ, ਵੀ ਬੱਚਾ ਤਾਂ ਸਹੁੰ ਖਵਾਈ ਜਾ ਰਹੀ ਹੈ ਮੈਂ ਹਿੰਦੂ ਧਰਮ ਦਾ ਉਹ ਕਰੂੰਗਾ। ਤੇ ਜੇ ਬੱਚਿਆਂ ਤੋਂ ਲਾਲ ਸੋਹਣੇ ਕੋਟ ਪਵਾ ਕੇ ਟਾਈਆਂ ਲਵਾ ਕੇ ਸਹੁੰ ਖਵਾਈ ਜਾਂਦੀ ਹੈ। ਟਾਈ ਲਾਉਣਾ ਕਿਹੜਾ ਕਲਚਰ ਹੈ ਬਈ? ਬੱਚੇ ਟਾਈ ਲਾ ਰਹੇ ਨੇ, ਬੱਚੇ ਪੈਂਟ ਪਾ ਰਹੇ ਨੇ। ਪੈਂਟ ਕਿਹੜਾ ਕਲਚਰ ਹੈ? ਕਿਹੜਾ ਭਾਰਤੀ ਕਲਚਰ ਹੈ? ਉਹ ਕਿਹੜਾ ਹਿੰਦੂਤਵ ਹੈ? ਉਹ ਜਿਹੜੀ ਨਿੱਕਰ ਪਾਉਂਦੇ ਸੀ, ਨਿੱਕਰ ਕਿਹੜੀ ਹਿੰਦੂਆਂ ਦੀ ਸੀ? ਜਿਹੜੇ RSS ਦਾ ਨਿੱਕਰ ਪਾਉਂਦੇ ਸੀ, ਹੁਣ ਉਹ ਪੈਂਟ ਪਾਉਂਦੇ ਨੇ। ਭਾਰਤ ਦੇ ਕਿਤੇ ਸੱਭਿਆਚਾਰ ਚੋਂ ਪੈਂਟ ਕੱਢ ਕੇ ਦਿਖਾ ਦੇ ਵੀ ਆਹ ਪੈਂਟ ਹੁੰਦੀ ਸੀ ਜੀ ਇੱਥੇ ਤਾਂ। ਤੇ ਫਿਰ ਉਹ ਪੈਂਟ ਪਾਉਣ ਵਾਲੇ ਕਹਿੰਦੇ ਅਸੀਂ ਹਿੰਦੂ ਹਾਂ, ਅਸੀਂ ਤਾਂ ਬੜੇ ਵੱਡੇ ਹਿੰਦੂ ਹਾਂ, ਸਾਡੇ ਵਰਗਾ ਤਾਂ ਹਿੰਦੂ ਤਾਂ ਬਈ ਕੋਈ ਨਹੀਂ। 8,000 ਕਰੋੜ ਦੇ ਹਵਾਈ ਜਹਾਜ਼ 'ਚ ਤੁਸੀਂ ਚੜ੍ਹਦੇ ਹੋ, 10 ਲੱਖ ਦਾ ਤੁਸੀਂ ਕੋਟ ਪਾਉਣੇ ਹੋ, 25,000 ਕਰੋੜ ਦਾ ਤੁਸੀਂ ਵਿਸਤਾ ਪ੍ਰੋਜੈਕਟ ਬਣਾਉਣੇ ਹੋ, ਲੋਕ ਭੁੱਖੇ ਮਰ ਰਹੇ ਨੇ, ਤੇ ਤੁਸੀਂ ਕਹਿੰਦੇ ਅਸੀਂ ਹਿੰਦੂ ਹਾਂ। ਇਹੋ ਜਿਹੇ ਹਿੰਦੂ ਨਹੀਂ ਸਿਰਜੇ ਗਏ ਸੀ, ਨਾ ਰੱਬ ਨੇ ਇਹੋ ਜਿਹੇ ਸਿਰਜੇ ਨੇ, ਨਾ ਬੰਦਿਆਂ ਨੇ ਇਹੋ ਜਿਹੇ ਸਿਰਜੇ ਨੇ, ਨਾ ਸਮਾਜ ਨੇ ਇਹੋ ਜਿਹੇ ਸਿਰਜੇ ਨੇ, ਨਾ ਕਦੇ ਇਹੋ ਜਿਹੀ ਚਿਤਵੇ ਸੀ ਵੀ ਇਹੋ ਜਿਹੇ ਹਿੰਦੂ ਹੋਣਗੇ ਜਿਹੜੇ ਲੋਕਾਂ ਨੂੰ ਲੜਾਈ ਹੋ ਜਾਣਗੇ, ਲੋਕਾਂ ਦੀਆਂ ਲਾਇਬ੍ਰੇਰੀਆਂ ਸਾੜ ਦੇਣਗੇ, ਲੋਕਾਂ ਦੇ ਬੁੱਧੀਜੀਵੀਆਂ ਦੇ ਜੇਲ੍ਹਾਂ 'ਚ ਪਾ ਕੇ ਕਤਲ ਕਰ ਦੇਣਗੇ। ਜੇ ਕਿਸੇ ਕੁੜੀ ਦੇ ਬਾਪ ਮਰ ਰਿਹਾ ਹੋ ਕਰੋਨਾ ਨਾਲ, ਉਹਨੂੰ ਜਵਾਨਤ ਦੇਣ ਨੂੰ ਵਿਰੋਧ ਕਰਨਗੇ, ਜਦ ਕਿ ਉਹਨੂੰ ਆਪ ਹੀ ਛੱਡ ਦੇਣਾ ਚਾਹੀਦਾ ਸੀ ਸਰਕਾਰ ਨੂੰ ਕੋਰਟ ਦੇ ਵਿੱਚ ਅਰਜੀ ਦੇ ਕੇ ਕਿ ਜੇ ਇਹਦਾ ਬਾਪ ਕਰੋਨਾ ਨਾਲ ਬਿਮਾਰ ਹੈ, ਹੋਰ ਕੋਈ ਦੇਖਣ ਵਾਲਾ ਨਹੀਂ, ਇਹਨੂੰ ਅਸੀਂ ਭੇਜ ਦਿਆਂ, ਜਿੰਨੇ ਦਿਨ ਰਹੇ ਕੋਈ ਗੱਲ ਨਹੀਂ ਹੈ। ਤੁਸੀਂ ਉਹਨਾਂ ਦੀ ਗੱਲ ਕਰਦੇ ਹੋ, ਉਹ ਦੇਸ਼ ਨੂੰ ਬਚਾਉਣਗੇ, ਉਹ ਦੇਸ਼ ਨੂੰ ਬਚਾਉਣਗੇ ਜਿਹੜੇ ਕਹਿੰਦੇ ਅੰਗਰੇਜ਼ਾਂ ਨੂੰ ਵੀ ਤੁਸੀਂ ਤਾਂ ਸਾਡੇ ਮਾਈ ਬਾਪ ਹੋ, ਅਸੀਂ ਤਾਂ ਤੁਹਾਡੇ ਨਾਲ ਆ। ਜਿਹੜੇ ਅੰਗਰੇਜ਼ਾਂ ਨੂੰ ਮਾਈ ਬਾਪ ਕਹਿੰਦੇ ਸੀ ਉਹ ਦੇਸ਼ ਨੂੰ ਬਚਾਉਣਗੇ। ਆਜ਼ਾਦੀ ਦੀ ਲੜਾਈ 'ਚ ਦੱਸਣ ਕੁਰਬਾਨੀਆਂ ਇਹ ਆਪਦੀਆਂ, ਜਿਨ੍ਹਾਂ ਨੇ ਮਹਾਤਮਾ ਗਾਂਧੀ ਤੇ ਉਸਦਾ ਜਿਨ੍ਹਾਂ ਨੇ ਦੇਸ਼ ਭਗਤਾਂ ਦਾ ਐਡਾ ਜਿਨ੍ਹਾਂ ਦਾ ਉਹ ਕਰਿਆ, ਤੇ ਉਹਨਾਂ ਦੇ ਅਗੇਂਸਟ ਗਵਾਹੀਆਂ ਦਿੱਤੀਆਂ, ਉਹਨਾਂ ਦੇ ਅਗੇਂਸਟ ਮੁਖਬਰ ਹੋਏ, ਔਰ ਉਹ ਕਿਸੇ ਧਰਮ ਦੇ ਨਾਂ 'ਤੇ ਨਹੀਂ ਹੋਏ। ਉਹ 'ਚ ਸਿੱਖਾਂ 'ਚ ਵੀ ਮੁਖਬਰ ਸੀਗੇ, ਉਹ ਹਿੰਦੂਆਂ 'ਚ ਵੀ ਮੁਖਬਰ ਸੀਗੇ, ਉਹ ਮੁਸਲਮਾਨਾਂ 'ਚ ਵੀ ਮੁਖਬਰ ਹੈਗੇ ਸੀ, ਪਰ ਸ਼ਹੀਦੀਆਂ ਵਾਲੇ ਵੀ ਸਾਰੇ ਸੀਗੇ। ਸ਼ਹੀਦਾਂ ਵਾਲੇ ਹਿੰਦੂ ਵੀ ਸੀ, ਸਿੱਖ ਵੀ ਸੀ, ਮੁਸਲਮਾਨ ਵੀ ਸੀ। ਬਿਲਕੁਲ। ਸੋ ਇਸ ਕਰਕੇ ਕਿਸੇ ਧਰਮ ਜਾਂ ਜਾਤ ਦੇ ਨਾਂ 'ਤੇ ਤੁਸੀਂ ਨਹੀਂ ਕਹਿ ਸਕਦੇ ਵੀ ਇਹ ਗਦਾਰ ਹੈ। ਜੈਚੰਦ ਕੌਣ ਸੀ? ਪੋਰਸ ਆਇਆ, ਪੋਰਸ ਦੇ ਨਾਲ ਅੰਬੀ ਕੌਣ ਸੀ? ਸੋ ਇਸ ਕਰਕੇ ਤੁਸੀਂ ਕਿਸੇ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਨਾ ਦੇਸ਼ ਭਗਤੀ ਲਾ ਸਕਦੇ ਹੋ, ਨਾ ਗਦਾਰੀ ਲਾ ਸਕਦੇ ਹੋ। ਇੱਕ ਜ਼ਰੂਰ ਹੈ ਵੀ ਸਿੱਖੀ ਨੇ ਕਿਉਂਕਿ ਦੇਸ਼ ਭਗਤੀ ਜ਼ਿਆਦਾ ਸਿਖਾਈ ਹੈ, ਇਸ ਕਰਕੇ ਉਹ ਤਾਜ਼ਾ ਰਿਲੀਜਨ ਹੈ, ਉਹਦੇ ਵਿੱਚ ਜ਼ਰੂਰ ਹੈ ਵੀ ਸਿੱਖੀ ਜ਼ਿਆਦਾ ਦੇਸ਼ ਭਗਤ ਹੈ। ਦੇਸ਼ ਦੇ ਗਦਾਰੀ ਜਿਨ੍ਹਾਂ ਨੇ ਕਰੀ, ਐਂ ਤਾਂ ਚੰਨਨ ਸਿੰਘ ਨੇ ਜਿਹਨੇ ਉਹਨਾਂ ਦਾ ਪਿੱਛਾ ਕਰਿਆ ਭਗਤ ਸਿੰਘ ਹੋਰਾਂ ਦਾ, ਉਹ ਵੀ ਤਾਂ ਸਰਦਾਰ ਹੀ ਸੀ, ਪਰ ਗਦਾਰੀ ਕਰਨ ਵਾਲੇ ਘੱਟ ਨੇ ਤੇ ਕੁਰਬਾਨੀ ਦੇਣ ਵਾਲੇ, ਚਾਹੇ ਉਹ ਕੂਕੇ ਸੀਗੇ, ਚਾਹੇ ਉਹ ਗਦਰੀ ਬਾਬੇ ਸੀਗੇ, ਚਾਹੇ ਉਹ ਬਾਬਰ ਅਕਾਲੀ ਸੀਗੇ, ਚਾਹੇ ਉਹ ਭਗਤ ਸਿੰਘ, ਰਾਜਗੁਰੂ ਸੁਖਦੇਵ, ਜਾਂ ਇਹ ਆਪਣੇ ਊਧਮ ਸਿੰਘ ਤੇ ਜਾਂ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ 18 ਸਾਲ ਦੀ ਉਮਰ 'ਚ ਫਾਂਸੀ ਚੜ੍ਹ ਗਿਆ। ਇਹਨਾਂ ਦੱਸੋ ਇੱਕ ਵੀ ਕੋਈ RSS ਵਾਲਾ ਦੱਸੇ ਵੀ 18 ਸਾਲ 'ਚ ਇਹਨੇ ਫਾਂਸੀ ਲਈ ਹੈ। ਕੂਕਿਆਂ ਦੇ ਵਿੱਚ ਇੱਕ ਜਵਾਕ ਸੀਗਾ, ਉਹ ਜਵਾਕ ਨੇ ਵੀ ਗੋਲੀ ਖਾਧੀ ਵੀ ਨਹੀਂ, ਉਹਨੇ ਕੌਮ ਦੀ ਉਹ ਦਾੜੀ ਵੱਢ ਲਈ। ਇਹਨਾਂ 'ਚ ਦੱਸੇ ਕੋਈ ਵੀ ਦੰਦੀ ਵੱਢ ਲਈ ਉਹਦੇ, ਇਹ ਦੱਸੇ ਵੀ ਕੋਈ ਵੀ ਇਹਨਾਂ 'ਚ ਕੋਈ ਹੈਗਾ? ਐਵੇਂ ਤੁਸੀਂ ਗੱਲਾਂ ਮਾਰਦੇ ਹੋ। ਤੁਸੀਂ ਦੇਸ਼ ਨੂੰ ਕਿਸੇ ਰਸਤੇ ਤੇ ਤੁਰਿਆ ਸੀ ਆਜ਼ਾਦੀ ਤੋਂ ਬਾਅਦ, 47 'ਚ ਮਾਰਕਾਟ ਹੋਈ, ਕੋਈ ਗੱਲ ਨਹੀਂ, ਅਸੀਂ ਉਹਨੂੰ ਕੋਸ਼ਿਸ਼ ਕਰੀਏ, ਅਸੀਂ ਪਾਕਿਸਤਾਨ ਨਹੀਂ ਬਣੇ, ਪਾਕਿਸਤਾਨ ਵਾਲਾ ਹਾਲ ਹੋਣਾ ਸੀ ਸਾਡਾ। ਦੇਸ਼ ਚੰਗਾ ਅੱਗੇ ਵਧਿਆ, ਦੇਸ਼ ਨੇ ਕੁਝ ਤਰੱਕੀ ਕਰੀ, ਕੋਈ ਲੋਕਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਮਿਲਿਆ, ਸਿਆਣਪ ਦਾ ਮੌਕਾ ਮਿਲਿਆ, ਪਰ ਪਿਛਲੇ 30-40 ਸਾਲ ਤੁਸੀਂ ਉਹਨਾਂ ਦੇ ਅੰਦਰ ਜ਼ਹਿਰ ਭਰਨਾ ਸ਼ੁਰੂ ਕਰਤਾ। ਹੁਣ ਇਹ ਧਰਮ ਸੰਸਦ ਆ ਜਿਹੜੀ, ਜਿਨ੍ਹਾਂ ਨੇ ਇਹ ਗੱਲ ਸੁਣਨੀ ਹੈ ਧਰਮ ਸੰਸਦ ਦੀ, ਮੈਨੂੰ ਨਹੀਂ ਇਤਰਾਜ਼ ਉਹਨਾਂ ਨੂੰ ਵੀ ਆਪਦਾ ਪੂਜਾ ਪਾਠ ਕਰਨ, ਤਿਲਕ ਲਗਾਉਣ, ਹਵਨ ਕਰਨ, ਇਹ ਉਹਨਾਂ ਦਾ ਅਧਿਕਾਰ ਹੈ। ਪਰ ਜੇ ਉਹਨਾਂ ਨੇ ਆਪਦੇ ਜਵਾਕਾਂ ਦੇ ਮਨ 'ਚ ਬੰਬ ਭਰਨੇ ਨੇ, ਉਹਨਾਂ ਦੇ ਜਵਾਕਾਂ ਨੂੰ ਜ਼ਹਿਰੀ ਨਾਗ ਬਣਾਉਣਾ ਹੈ,
ਵੀ ਉਹ ਜਿਹਨੂੰ ਮਰਜ਼ੀ ਦੱਸ ਲੈਣਗੇ, ਫਿਰ ਉਹਨਾਂ ਦੀ ਮਰਜ਼ੀ ਹੈ, ਫਿਰ ਲੋਕਾਂ ਦੀ ਮਰਜ਼ੀ ਹੈ। ਜਿਹੜਾ ਤੁਸੀਂ ਕਿਹਾ ਹੈ ਵਿਰੋਧ ਕੌਣ ਕਰੂਗਾ? ਵਿਰੋਧ ਉਹ ਬੱਚੇ, ਉਹ ਜਨਰੇਸ਼ਨ, ਉਹ ਮਾਪੇ ਕਰਨਗੇ ਜਿਨ੍ਹਾਂ ਦੇ ਬੱਚਿਆਂ ਨੂੰ ਇਹ ਨਾਗ ਬਣਾ ਰਹੇ ਨੇ, ਜ਼ਹਿਰੀ ਇਨਸਾਨ ਨਹੀਂ ਬਣਦੇ ਰਹੇ, ਉਹਦੀ ਸਰਬਪੱਖੀ ਸ਼ਖਸੀਅਤ ਦਾ ਵਿਕਾਸ ਨਹੀਂ ਹੋਣ ਦੇ ਰਹੇ, ਉਹਨੂੰ ਭੁੱਖਾ ਮਾਰ ਰਹੇ ਨੇ, ਉਹਨੂੰ ਹਿੰਦੂਤਵ ਦੇ ਨਾਂ ਦੇ ਉੱਤੇ ਉਹਦਾ ਕਤਲ ਹੋ ਰਿਹਾ ਹੈ, ਉਹਨੂੰ ਕ੍ਰਿਮੀਨਲ ਬਣਾ ਰਹੇ ਨੇ। ਉਹ ਮਾਪੇ, ਉਹ ਲੋਕ, ਉਹ ਸਮਾਜ, ਉਹ ਖੜਾ ਹੋਊਗਾ ਇਹਨਾਂ ਦਾ ਵਿਰੋਧ ਕਰਨ ਵਾਸਤੇ। ਇਹ ਅਸੈਂਬਲੀਆਂ ਜਾਂ ਪਾਰਲੀਮੈਂਟਾਂ 'ਚ ਇਕੱਲਾ ਨਹੀਂ ਹੋਣਾ, ਇਹ ਉੱਥੇ ਵੀ ਹੋਣਾ। ਜੀ ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਇਹ ਆ ਕਿ ਇੰਨਾ ਕੁਝ ਹੋ ਰਿਹਾ ਆਲੇ ਦੁਆਲੇ, ਜੋ ਕੁਝ ਸਿਆਸੀ ਤੰਤਰ, ਜੋ ਕੁਝ ਵਿਉਂਤਾਂ ਘੜਦੇ ਨੇ, ਲੋਕਾਂ ਦੇ ਮਨਾਂ ਨੂੰ ਕਿੱਦਾਂ ਡਾਇਵਰਟ ਕਰਨਾ, ਚੋਣਾਂ ਦੇ ਵਿੱਚ, ਵੋਟਾਂ ਦੇ ਵਿੱਚ ਕਿਤੇ ਬੰਬ ਹੋ ਚੱਲ ਜਾਂਦਾ, ਕਿਤੇ ਧਰਮ ਸੰਸਦ ਹੋ ਰਹੀ ਹੈ, ਕਿਤੇ ਜਿਹੜੇ ਸਿਆਸੀ ਬੰਬ ਚੱਲਦੇ ਨੇ ਬਿਆਨਬਾਜ਼ੀਆਂ ਦੇ, ਉਹ ਚੱਲਦੇ ਨੇ। ਤੇ ਦੂਜੇ ਪਾਸੇ ਜਦੋਂ ਇਹ ਕਿਸਾਨੀ ਅੰਦੋਲਨ ਚੱਲਿਆ ਤੇ ਉਮੀਦ ਇਹ ਜਾਗ ਰਹੀ ਸੀ ਕਿ ਹੁਣ ਸ਼ਾਇਦ ਇੱਕ ਯੁੱਗ ਪਲਟਾਊ ਹੋਏਗਾ ਇਹ, ਤੇ ਇਸ ਤੋਂ ਬਾਅਦ ਲੋਕਾਂ ਦੀ ਸੋਚ ਜਿਹੜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਾਇਦ ਤਬਦੀਲ ਆ ਜਾਏਗੀ ਜਾਂ ਸਿਆਸਤ 'ਚ ਤਬਦੀਲੀ ਆ ਜਾਏਗੀ। ਪਰ ਹੁਣ ਏਦਾਂ ਲੱਗਦਾ ਕਿ ਜਦੋਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਖਤਮ ਹੋਇਆ, ਬੀਜੇਪੀ ਬੈਕਫੁੱਟ ਤੇ ਗਈ ਆ, ਭਾਵੇਂ ਕੋ ਵਿੱਚੋਂ ਵਿੱਚ ਇਹੋ ਜਿਹੇ ਬਿਆਨ ਦੇ ਦਿੰਦੇ ਨੇ ਜਿਹਦਾ ਜਵਾਬ ਵੀ ਮਿਲ ਜਾਂਦਾ ਉਹਨਾਂ ਨੂੰ, ਪਰ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਉਹ ਅਸਰ ਕਹਿੰਦੇ ਮੱਠਾ ਪੈਂਦਾ ਨਜ਼ਰ ਆ ਰਿਹਾ। 15 ਜਨਵਰੀ ਦੀ ਭਾਵੇਂ ਮੀਟਿੰਗ ਹੈ, ਉਦੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵੀ ਆ ਰਹੇ ਨੇ, ਫਿਰ ਅੱਗੇ ਯੂਪੀ ਦੀਆਂ ਇਲੈਕਸ਼ਨ ਨੇ, ਇੱਧਰ ਚੋਣ ਜ਼ਾਬਤਾ ਲੱਗ ਜਾਣਾ, ਇਹ ਸਾਰੇ ਖਿਲਾਰੇ ਦੇ ਵਿਚਾਲੇ। ਦੇਖੋ, ਇਹ ਅਲੂਣੀ ਸਿਲ ਸੀਗੀ, ਸਿਲ ਅਲੂਣੀ ਚਟਣੀ, ਇਹ ਅਲੂਣੀ ਸਿਲ ਸੀਗੀ। ਉਹ ਅਲੂਣੀ ਸਿਲ ਦਾ ਚੱਟਣ ਦਾ ਜਿਹੜਾ ਰਸਤਾ ਸੀ, ਉਹ ਅੱਧ ਵਿਚਾਲੇ ਟੁੱਟਿਆ, ਬਿੱਲ ਵਾਪਸ ਹੋ ਗਏ। ਕਈਆਂ ਨੇ ਆਖਿਆ ਸੀ ਵੀ ਆਪਾਂ MSP ਤੇ ਹੋਰ ਵੀ ਕਰਾ ਕੇ ਜਾਈਏ, ਚਲੋ ਕਈ ਕਾਹਲੇ ਸੀਗੇ ਵੀ ਨਹੀਂ ਫਿਰ ਆਪਣਾ ਤਾਂ ਚੋਣਾਂ ਵਾਲਾ ਹੀ ਜਾਊਗਾ। ਉਹਨਾਂ ਵੱਲ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਕੋਈ ਚਿੱਠੀ ਚੁੱਠੀ ਨਾਲ ਵੀ, ਹਾਲਾਂਕਿ ਉਹਨਾਂ ਦੇ ਕੋਈ ਦਸਤਖਤ ਨਹੀਂ ਹੈਗੇ, ਉਹ ਸਰਕਾਰ ਨੇ ਚਿੱਠੀ ਬਣਾਈ ਹੋਣੀ ਹੈ। ਜਿੰਨਾ ਉਹਨਾਂ ਦੇ ਚਹੇਤਿਆਂ ਨੇ ਉਹਨਾਂ ਨੂੰ ਕਿਹਾ ਹੁਣ ਤੁਸੀਂ ਪਾਰਟੀ ਬਣਾ ਲਓ, ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਹੋਊਗਾ ਮੰਨ ਲਓ, ਤੇ ਉਹਨਾਂ ਨੇ ਕਹਿਤਾ ਹੋਣਾ ਵੀ ਹਾਂ ਮੰਨ ਲਿਆ। ਇਹ ਆਪਾਂ ਤਾਂ ਕੋਈ ਗਵਾਹ ਨਹੀਂ ਹੈਗੇ, ਪਰ ਇਹਨਾਂ ਦਾ ਆਪਦੇ ਮੋਰਚੇ ਦੇ ਬੰਦੇ ਹੀ ਕਹਿੰਦੇ ਨੇ, ਵੀ ਜ਼ਿੰਮੇਵਾਰ ਵਿਅਕਤੀ ਕਹਿ ਰਹੇ ਨੇ ਵੀ ਉਹਨਾਂ ਨੇ 4 ਬੰਦਿਆਂ ਨੇ ਕਿਵੇਂ ਹਾਂ ਕਹੀ ਸੀ। ਸੋ ਇਸ ਕਰਕੇ ਉਹ ਜਿਹੜੀ ਸਰਕਾਰ ਸੀ ਉਹਦੀਆਂ ਚਾਲਾਂ ਚੱਲੀਆਂ ਹੋਈਆਂ ਸੀ, ਪੂਰੇ ਜ਼ੋਰ ਨਾਲ ਚੱਲ ਰਹੀ ਸੀ। ਇਸੇ ਕਰਕੇ ਰੋਜ਼ ਹਰਜੀਤ ਗਰੇਵਾਲ ਜਾਂ ਹੋਰ ਜਿਹੜੇ ਸੀ ਉਹ ਕਹਿੰਦੇ ਸੀ ਕਾਮਰੇਡ ਸਮਝੌਤਾ ਨਹੀਂ ਹੋਣ ਦੇ ਰਹੇ। ਰਾਕੇਸ਼ ਟਕੈਤ ਕੋਈ ਕਾਮਰੇਡ ਨਹੀਂ ਹੈ। ਰਾਕੇਸ਼ ਟਕੈਤ ਵੀ ਅੱਜ ਵੀ ਖੜੇ ਹੋ ਕਿ ਵੀ ਨਹੀਂ ਚੋਣਾਂ ਨਹੀਂ ਲੜਨੀਆਂ, ਠੀਕ ਹੈ। ਸੋ ਇਸ ਕਰਕੇ ਉਹਨਾਂ ਨੂੰ ਇਹ ਚੁੱਭਦਾ ਸੀ, ਉਹਨਾਂ ਨੂੰ ਸੌਖਾ ਸੀ ਖਾਲਿਸਤਾਨੀ ਔਰ ਇਹ ਕਹਿ ਕੇ, ਹਾਲਾਂਕਿ ਉਹਨਾਂ ਤੋਂ ਹੀ ਆਪ ਹੀ ਉੱਥੇ ਝੰਡਾ ਚਲਵਾ ਕੇ, ਕੇਸਰੀ ਨਿਸ਼ਾਨ ਚਲਵਾ ਕੇ ਆਪ ਹੀ ਕੇਸ ਬਣਾਉਣੇ ਸ਼ੁਰੂ ਕਰਤੇ। ਔਰ ਜਿਨ੍ਹਾਂ ਨੇ ਉਹ ਨਿਸ਼ਾਨ ਕੇਸਰੀ ਨਿਸ਼ਾਨ ਚਲਾਉਣ ਵਾਸਤੇ ਉਹ ਖਸਾਇਆ ਸੀ, ਉਹ ਭੱਜੀ ਗਏ, ਲੁਕੇ ਰਹੇ ਪਿੱਛੋਂ, ਕਹਿੰਦੇ ਅਸੀਂ ਤਾਂ ਪੁਲਿਸ ਦੀ ਮਦਦ ਕਰਨ ਗਏ ਸੀ, ਕੇਸ ਦੂਜੇ ਭੁਗਤਦੇ ਰਹੇ। ਉਹਨਾਂ 'ਚ ਚੋਣ ਲੜਨ ਵਾਲੇ ਵੀ ਨੇ ਜਿਨ੍ਹਾਂ ਨੇ ਕੇਸ ਭੁਗਤੇ ਨੇ। ਤੇ ਇਸ ਕਰਕੇ ਇਹ ਜਿਹੜਾ ਹੈ ਇਹ ਮੋਰਚਾ ਕਮਜ਼ੋਰ ਜ਼ਰੂਰ ਹੋਇਆ, ਜਿਵੇਂ 26 ਨੂੰ ਵੀ ਕਮਜ਼ੋਰ ਹੋਇਆ ਸੀ, ਤੇ ਕਮਜ਼ੋਰ ਹੋਇਆ। ਪਰ ਮੈਨੂੰ ਅਜੇ ਵੀ ਇੱਕ ਉਮੀਦ ਹੈ ਵੀ ਇਹ ਕਿਤੇ ਨਾ ਕਿਤੇ ਜ਼ੋਰ ਫੜੇਗਾ, ਕਿਉਂਕਿ ਡਕੌਂਦਾ ਗਰੁੱਪ ਨੇ, ਕਿਰਤੀ ਕਿਸਾਨ ਯੂਨੀਅਨ ਨੇ, ਇਹਨਾਂ ਦੇ ਮੈਂ ਸੁਣ ਰਿਹਾ ਸੀ, ਇਹਨਾਂ ਨੇ ਕਹਿਤਾ ਵੀ ਨਾ ਅਸੀਂ ਨਾ ਚੋਣਾਂ 'ਚ ਪਾਰਟੀਸਪੇਟ ਕਰਨਾ, ਨਾ ਅਸੀਂ ਕਿਉਂਕਿ ਜਿਹੜੀ ਅੱਜ ਰਜਿਸਟੈਂਸ ਦੀ ਪੋਲੀਟਿਕਸ ਆ ਉਹਨੇ ਸਿਆਸਤ ਨੂੰ ਬਦਲਣਾ ਹੈ। ਜਿਹੜੀ ਸਾਡੀ ਅਸੈਂਬਲੀਆਂ ਦੀ ਸਿਆਸਤ ਹੈ ਉਹਦੇ ਤੁਸੀਂ ਮੈਨੂੰ ਐਂ ਦੱਸੋ, ਇੰਨਾ ਕੁਝ ਹੋਇਆ, ਤੁਸੀਂ ਕਦੇ ਅਖਿਲੇਸ਼ ਯਾਦਵ ਹੋਰਾਂ ਦੇ ਬਿਆਨ ਸੁਣੇ ਵੀ ਉਹ ਇਕੱਠੇ ਹੋ ਕੇ ਅਖਿਲੇਸ਼ ਯਾਦਵ ਲੀਡ ਕਰਕੇ ਕਹੇ ਵੀ ਮੋਦੀ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ ਕਿਉਂਕਿ ਮੋਦੀ ਕਿਸਾਨਾਂ ਨੂੰ ਖਰਾਬ ਕਰ ਰਿਹਾ? ਇੰਡੀਪੈਂਡੈਂਸ ਤਾਂ ਕਰ ਹੀ ਸਕਦੇ ਸੀ। ਅਕਾਲੀ ਦਲ ਨੇ ਕਦੇ ਕਰਿਆ ਵੀ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ? ਇੱਥੇ ਕਿਹਾ ਵੀ ਅਸੀਂ ਅਸੈਂਬਲੀ ਦਾ ਘਿਰਾਓ ਕਰ ਲਾਂਗੇ। ਚਲੋ ਕਿਸੇ ਜਿਹੜੇ ਕਾਂਗਰਸ ਵਾਲਿਆਂ ਨੇ ਕਰਿਆ, ਆਪ ਵਾਲਿਆਂ ਨੇ ਕਰਿਆ, ਯਾਨੀ ਕਿ ਕਿਸਾਨੀ ਮੋਰਚਾ ਲੜਦਾ ਰਿਹਾ। ਸਿਆਸਤ ਨੇ ਤਾਂ ਇਹ ਠੀਕ ਹੈ, ਉਹਨਾਂ ਨੇ ਕਿਹਾ ਸਿਆਸਤ ਵਿੱਚ ਨਾ ਹੋ ਸਾਡੇ ਮੋਰਚੇ ਦੇ, ਪਰ ਬਾਹਰੋਂ ਤਾਂ ਕਰ ਸਕਦੇ ਸੀ। ਕਿੰਨੀਆਂ ਸੂਬੇ ਨੇ ਜਿਨ੍ਹਾਂ ਨੇ ਬਿੱਲਾਂ ਦੇ ਖਿਲਾਫ ਪਾਸ ਕਰਿਆ ਹੋਵੇ, ਕਿੰਨੇ MP ਨੇ ਜਿਨ੍ਹਾਂ ਨੇ ਉਹਨਾਂ ਦੇ ਉਹ ਜਦੋਂ ਉਹਨਾਂ ਨੇ ਕਾਲ ਦਿੱਤੀ ਵੀ ਤੁਸੀਂ ਇੱਥੇ ਖੜ ਕੇ ਨਾਅਰੇ ਲਾਓ ਤਾਂ ਨਾਅਰੇ ਲਾਏ ਨੇ। ਸੋ ਸਾਡੀ ਸਿਆਸਤ ਬਹੁਤ ਥੱਲੇ ਚਲੀ ਗਈ, ਸਾਡੀ ਸਿਆਸਤ ਪਰਿਵਾਰਵਾਦੀ ਹੋ ਗਈ ਹੈ, ਖੁਦਗਰਜ਼ੀ ਹੋ ਗਈ ਹੈ। ਇਹਨੂੰ ਕਹਿਣ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ, ਕੋਈ ਨਹੀਂ ਜੀ। ਫਿਰ ਸਿਆਸਤ ਜਿਹੜਾ ਸਾਰਾ ਹੀ ਚਿੱਕੜ ਹੋ ਗਿਆ, ਜਿਹੜਾ ਸਮੁੰਦਰ ਐਡਾ ਖਾਰਾ ਹੋ ਗਿਆ, ਉਹਦੇ ਵਿੱਚੋਂ ਤੁਸੀਂ ਪੀਣ ਵਾਲਾ ਪਾਣੀ ਨਹੀਂ ਲੱਭ ਸਕਦੇ। ਉਹ ਪਹਿਲਾਂ ਪਾਣੀ ਨੂੰ ਹੀ ਸਾਫ਼ ਕਰਨਾ ਪਊਗਾ, ਤੇ ਉਹ ਬਾਹਰ ਰਹਿ ਕੇ ਜ਼ਿਆਦਾ ਕਰਿਆ ਜਾ ਸਕਦਾ। ਸੋ ਇਸ ਕਰਕੇ ਅੰਦਰ ਤਾਂ ਚਿੱਕੜ ਹੀ ਚਿੱਕੜ ਹੈ। ਉਹ ਚਿੱਕੜ ਤੁਸੀਂ ਵੀ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਵਾਲੀ ਗੱਲ ਹੁੰਦੀ ਹੈ। ਸੋ ਇਸ ਕਰਕੇ ਕਬੀਰ ਸਾਹਿਬ ਨੇ ਐਵੇਂ ਨਹੀਂ ਕਿਹਾ ਸੀ, ਫਰੀਦ ਸਾਹਿਬ ਨੇ, ਬਾਬਾ ਫਰੀਦ ਨੇ ਕਿਹਾ ਸੀ, ਕਹਿਣ ਲੱਗੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਇੱਕ ਗੱਲ ਹੋਰ ਕਹੀ ਸੀ, ਫਰੀਦਾ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀ।
ਇਹ ਪਰਾਈ ਚੋਪੜੀ ਹੈ ਜਿਹੜੀ ਅਸੈਂਬਲੀਆਂ ਦੀ ਹੈ ਚੋਪੜੀ। ਉਹ ਚੋਪੜੀ ਖਾਣ ਵਾਸਤੇ ਜੇ ਤੁਸੀਂ ਜਾਓਗੇ ਉਹਨੂੰ ਤਰਸਾਓਗੇ, ਜੀਵ ਗੱਡੀ ਮਿਲਣੀ ਹੈ, ਆਹ ਹੋਣਾ ਹੈ, ਮੁੱਖ ਮੰਤਰੀ ਦਾ ਉਹਦਾ ਮਿਲਣਾ ਹੈ, ਪਾਵਰ ਮਿਲਣੀ ਹੈ, ਬਿਊਰੋਕਰੇਟ ਸਲਾਮ ਮਾਰਨਗੇ ਆ ਕੇ, ਤਰਸਾ ਲਓ ਤੁਸੀਂ। ਫਿਰ ਤੁਸੀਂ ਲੋਕਾਂ ਦੇ ਨਹੀਂ, ਲੋਕਾਂ ਵਾਸਤੇ ਤੁਹਾਨੂੰ ਰੁੱਖੀ ਮਿੱਸੀ ਖਾ ਕੇ ਤੇ ਰੁੱਖਾਂ ਦੀ ਜੜ੍ਹਾਂ ਜੀਣਾ ਪਏਗਾ। ਤੇ ਉਹਦੇ ਵਿੱਚ ਕਿਸੇ, ਇਹ ਤਾਂ ਕਹਿੰਦੇ ਨੇ ਇਹੀ ਸ਼ਾਸਨ ਜੀ 'ਚ ਜਾ ਕੇ ਕਹਿੰਦੇ ਨੇ ਅਸੀਂ ਸੁਧਾਰ ਕਰਾਂਗੇ। ਇਸੇ ਸ਼ਾਸਨ ਬਾਰੇ ਕਿਸੇ ਨੇ ਕਿਹਾ ਤੂੰ ਫਿਰੇ ਆਲ ਨਾ ਪਾਉਣ ਨੂੰ, ਉਹ ਫਿਰਦੇ ਨੇ ਰੁੱਖ ਵਢਾਉਣ ਨੂੰ। ਉਹ ਤਾਂ ਰੁੱਖ ਵਢਾਉਣ ਨੂੰ ਫਿਰਦੇ ਨੇ, ਤੇ ਤੁਸੀਂ ਆਲ ਨਾ ਪਾਉਣ ਦਾ ਕਿੱਥੇ ਆਲ ਨਾ ਪਾਓਗੇ ਤੁਸੀਂ, ਕਿੱਥੇ ਆਲ ਨਾ ਪਾਵੇਂਗਾ ਤੂੰ, ਉਹ ਫਿਰਦੇ ਨੇ ਰੁੱਖ ਵਢਾਉਣ ਨੂੰ। ਸੋ ਇਸ ਕਰਕੇ ਆਪਾਂ ਨੂੰ ਸਭ ਸਮਝਣਾ ਚਾਹੀਦਾ ਹੈ। ਇਹਦੇ ਵਿੱਚ ਇੱਕੋ ਗੱਲ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਿਲਕੁਲ ਵੱਡਾ ਚਾਨਣ ਦਿਖਾਇਆ ਹੈ, ਰਸਤਾ ਦਿਖਾਇਆ ਹੈ, ਉਹ ਇਹ ਹੈ, ਜੇ ਸਿਕਦਾਰੀ ਤਿਸੇ ਖੁਆਰੀ ਚਾਕਰ ਕਹੇ ਡਰਨਾ, ਜੇ ਸਿਕਦਾਰ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਜਿਹਦੇ ਸਿਰ ਤੇ ਤਾਜ ਹੈ ਉਹ ਡਰੇ, ਉਹਦੇ ਨਾਲ ਲੜਾਈ ਕਰੋ। ਆਪਦੇ ਸਿਰ ਤੇ ਤਾਜ ਅਜੇ ਨਾ ਰੱਖਣ ਦੀ ਕੋਸ਼ਿਸ਼ ਕਰੋ, ਐਵੇਂ ਉਹ ਤੋਂ ਲੈ ਕੇ ਨਾ ਰੱਖੋ, ਉਹ ਤੋਂ ਖੋ ਕੇ ਰੱਖਿਓ ਜਿੱਦੇ ਰੱਖਣਾ ਹੋਊਗਾ, ਉਹਨੂੰ ਕਮਜ਼ੋਰ ਕਰਕੇ ਹਰਾ ਕੇ ਰੱਖਿਓ। ਚੋਣਾਂ 'ਚ ਹਰਾਉਣਾ ਕੋਈ ਹਰਾਉਣਾ ਨਹੀਂ ਖਾਸ, ਚੋਣਾਂ 'ਚ ਬਥੇਰੀਆਂ ਪਾਰਟੀਆਂ ਹਾਰਦੀਆਂ ਜਿੱਤਦੀਆਂ ਆਈਆਂ ਨੇ, ਆਪਾਂ ਨੂੰ ਪਤਾ ਹੀ ਹੈ। ਆ ਅਕਾਲੀ ਦਲ ਨੇ 10 ਸਾਲ ਰਾਜ ਕਰਿਆ, ਮੁੜ ਕੇ 15 ਰਹਿ ਗਏ ਸੀ। ਕਾਂਗਰਸ ਦਾ ਵੀ ਇਹੀ ਹਾਲ ਰਿਹਾ, ਕਾਂਗਰਸ ਨੇ 10 ਸਾਲ ਰਾਜ ਕਰਿਆ, ਹੁਣ 45 MP ਰਹਿ ਗਏ। ਸੋ ਇਹ ਇੰਨਾ ਸੌਖਾ ਨਹੀਂ। ਬੰਗਾਲ ਦੇ ਵਿੱਚ CPM ਨੇ ਤੇ ਖੱਬੇ ਮੋਰਚੇ ਨੇ 33 ਸਾਲ ਰਾਜ ਕਰਿਆ, ਹੁਣ ਉੱਥੇ ਕੋਈ ਗਿਣਤੀ ਵੀ ਨਹੀਂ ਹੈਗੀ। ਸੋ ਇਹ ਭੁਲੇਖਾ ਛੱਡ ਦੇਣਾ ਚਾਹੀਦਾ। ਇਹ ਜਿਹੜਾ ਇਹਨਾਂ ਤੋਂ ਆਏ ਤਾਜ ਲੈਣਾ ਵੋਟਾਂ ਰਾਹੀਂ, ਉਹ ਤਾਂ ਉਹੇ ਜਿਹੀ ਤਾਜ ਹੈ ਜਿੱਦੇ ਤੁਸੀਂ ਆਪਦੀ ਤਾਕਤ ਨਾਲ ਖੋਹ ਕੇ ਲਓਗੇ, ਸਿਕਦਾਰ ਤੋਂ ਤਾਜ ਖੋਹੋਗੇ, ਉਦੋਂ ਤੁਹਾਡੀ ਤਾਕਤ ਬਣੇਗੀ। ਉਹ ਖੋਹਣ ਦਾ ਇੱਕੋ ਰਸਤਾ ਹੈ ਵੀ ਡਰੋ ਨਾ, ਲੜਾਈ ਕਰੋ, ਆਪਦੇ ਹੱਕਾਂ ਵਾਸਤੇ ਲੜੋ, ਮਨੁੱਖਤਾ ਵਾਸਤੇ ਲੜੋ। ਜਿਹੜਾ ਕੋਈ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਧਰਮ ਸੰਸਥਾ ਵਗੈਰਾ ਕਰਦੇ ਨੇ, ਉਹਨਾਂ ਉੱਤੇ ਡਟ ਕੇ ਕਹੋ ਵੀ ਇਹ ਗਲਤ ਹੈ, ਸਾਨੂੰ ਨਹੀਂ ਮਨਜ਼ੂਰ ਇਹ। ਬਾਕੀ ਉਹ ਕੋਸ਼ਿਸ਼ ਕਰਨਗੇ, ਕੁਝ ਖਾਲਿਸਤਾਨੀਆਂ ਨੂੰ ਖੜਾ ਕਰਨਗੇ, ਕੁਝ ਜਿਹੜੇ ਮੁਸਲਮਾਨ ਐਕਸਟਰੀਮਿਸਟ ਐਲੀਮੈਂਟ ਆ ਉਹਨੂੰ ਖੜਾ ਕਰਨਗੇ, ਕੁਝ ਹਿੰਦੂਆਂ ਦੇ ਵਿੱਚ ਇਹਨਾਂ ਨੇ ਅਭਿਨਵ ਭਾਰਤ ਰਾਹੀਂ ਕਿੰਨੇ ਵੱਡੇ ਧੋਲਕਰ ਹੋਰੀ ਤੇ ਗੌਰੀ ਲੰਕੇਸ਼ ਹੋਰੀਆਂ ਦਾ ਕਤਲ ਕਰਵਾਇਆ ਹੀ ਨੇ ਹੈ, ਤੇ ਇਸ ਕਰਕੇ ਪਾਨਸਰੇ ਦਾ ਕਤਲ ਕਰਵਾਇਆ ਹੀ ਹੈ। ਸੋ ਇਹ ਕਤਲ ਕਰਵਾ ਸਕਦੇ ਨੇ। ਇਹ ਜਿਹੜੇ ਇਹਨਾਂ ਦੇ ਆਪਦੇ ਆਨੈਸਟ ਪੁਲਿਸ ਅਫਸਰ ਨੇ, ਦੇਸ਼ ਭਗਤ ਨੇ, ਉਹਨਾਂ ਦੇ ਵੀ ਕਤਲ ਕਰਵਾ ਸਕਦੇ ਨੇ। ਇਸ ਕਰਕੇ ਇਹਨਾਂ ਨੂੰ ਇਹ ਭੁਲੇਖਾ ਨਾ ਰੱਖੋ ਵੀ ਇਹਨਾਂ ਨਾਲ ਕੋਈ ਦੋਸਤ ਆ ਜਾਂ ਦੁਸ਼ਮਣ ਹੈ। ਇਹਨਾਂ ਵਾਸਤੇ ਤਾਂ ਜਿਹੜਾ ਇਹਨਾਂ ਦੀ ਪਾਲਿਸੀ ਨੂੰ, ਜਿਹੜਾ ਕਾਰਪੋਰੇਟ ਨੂੰ ਅੱਖ ਕੱਢੇਗਾ, ਉਹਦੀ ਕੋਸ਼ਿਸ਼ ਸਹੀ ਹੋਏਗੀ ਨਾ ਵੀ ਇਹਦੀ ਵੀ ਬਰਾਬਰ ਅੱਖ ਕੱਢਦਾ। ਕਿ ਹੁਣ ਸਾਡੀ ਹਿੰਮਤ ਹੈ ਕਿ ਅਸੀਂ ਜੁੜ ਕੇ ਨਾ ਰਹੀਏ ਕਿ ਉਹਦਾ ਤੀਰ ਹੀ ਨਾ ਸਾਡੇ ਤੇ ਲੱਗੇ। ਜੇ ਲੱਗੂ ਇੱਕ ਦੇ ਲੱਗੂ, ਦੂਜਾ ਫਿਰ ਖੜਾ ਹੋ ਜਾਊ, ਨਾਲ ਮਾਰ ਲਾ, ਹੋਰ ਮਾਰ, ਜਿੰਨਾ ਜ਼ੋਰ ਲਾਉਣਾ। ਸੋ ਸਾਨੂੰ ਇਹ ਕਹਿਣਾ ਪਊਗਾ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਨੇ ਚਾਹੁੰਦੇ ਹਾਂ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਡਾਕਟਰ ਪਿਆਰਾ ਲਾਲ ਗਰਗ, ਧਰਮ ਸੰਸਦ ਅਤੇ ਸਿਆਸਤ। ਲੋਕਾਂ ਨੇ ਚੁਣਨਾ ਕਿ ਉਹ ਕਿਸ ਤਰ੍ਹਾਂ ਦਾ ਧਰਮ ਤੇ ਕਿਸ ਤਰ੍ਹਾਂ ਦੀ ਸੰਸਦ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੀ ਸਿਆਸਤ ਚਾਹੁੰਦੇ ਨੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।